ਵੈਲਕਮ ਬੈਕ ਬਾਬੀ ਗੈਂਗ। ਅੱਜ ਆਪਾਂ ਗੱਲ ਕਰਾਂਗੇ 2021 ਲਿੰਕਨ ਨੈਵੀਗੇਟਰ ਦੀ AKA ਦ ਲੈਂਡ ਯਾਟ। ਪਹਿਲੇ ਐਕਸਟੀਰੀਅਰ ਦੀ ਗੱਲ ਕਰਾਂਗੇ ਐਂਡ ਫਿਰ ਆਪਾਂ ਇੰਟੀਰੀਅਰ ਦੀ ਗੱਲ ਕਰਾਂਗੇ। ਅੱਜ ਇਨ ਡੈਪਥ ਰਿਵਿਊ ਆਏ ਜਿਹੜੀ ਅੱਜ ਮੈਂ ਕਾਰ ਫਿਲਮ ਕਰ ਰਿਹਾ। ਮੈਂ ਬੋਰੋ ਕੀਤੀ ਆ ਸਟੀਵ ਮਾਰਸ਼ਲ ਦੀ ਡੀਲਰਸ਼ਿਪ, ਫੋਰਡ ਲਿੰਕਨ ਦੀ ਡੀਲਰਸ਼ਿਪ ਆ ਨਨਾਇਮੋ 'ਚ। ਤੁਸੀਂ ਇਹਨਾਂ ਨੂੰ ਚੈੱਕਆਊਟ ਕਰ ਸਕਦੇ ਹੋ। ਬਹੁਤ ਵੱਡੀ ਡੀਲਰਸ਼ਿਪ ਆ, ਘੈਂਟ ਡੀਲਰਸ਼ਿਪ ਆ। ਐਂਡ ਇੱਥੇ ਨਵੀਆਂ ਤੋਂ ਨਵੇਂ ਫੋਰਡ F-150 ਵੀ ਆ ਗਏ ਆ। ਤੁਸੀਂ ਇਹਨਾਂ ਨੂੰ ਜ਼ਰੂਰ ਚੈੱਕ ਕਰ ਲਿਓ। ਜਿਹੜਾ ਇਹਨਾਂ ਦਾ ਐਡਰੈਸ ਹੋਊਗਾ ਉਹ ਡਿਸਕ੍ਰਿਪਸ਼ਨ 'ਚ ਹੋਊਗਾ। ਐਂਡ ਇੱਧਰ ਇਹਨਾਂ ਦੇ ਸੋਸ਼ਲ ਮੀਡੀਆ ਹੈਂਡਲਸ ਆ ਰਹੇ ਹੋਣਗੇ, ਜ਼ਰੂਰ ਇਹਨਾਂ ਨੂੰ ਫੋਲੋ ਕਰ ਰਹੇ ਹੋ। ਜਿਹੜੀ ਪਹਿਲੀ ਚੀਜ਼ ਆ ਆਪਾਂ ਗੱਲ ਕਰਨੀ ਆ, ਜਦੋਂ ਆਪਾਂ ਟਰੱਕ ਨੂੰ ਅਨਲੌਕ ਕਰਦੇ ਆ ਨਾ, ਗ੍ਰੈਜੂਅਲੀ ਲਾਈਟਸ ਔਨ ਹੁੰਦੀਆਂ ਜਿਹੜੀਆਂ LEDs ਨੇ। ਐਂਡ ਉਹ ਬੜੀਆਂ ਇੱਦਾਂ ਲੱਗਦਾ ਤੁਹਾਨੂੰ ਕੋਈ ਚੀਜ਼ ਵੈਲਕਮ ਕਰ ਰਹੀ ਹੈ। ਜੇ ਆਪਾਂ ਇਹ ਟਰੱਕ ਦੀ ਗ੍ਰਿਲ ਦੀ ਗੱਲ ਕਰੀਏ, ਮੇਰਾ ਸਿਰ ਦੇਖੋ ਅਤੇ ਟਰੱਕ ਦੀ ਗ੍ਰਿਲ ਦੇਖੋ, ਕਿੰਨੀ ਵੱਡੀ ਗ੍ਰਿਲ ਆ ਜਿਹੜੀ ਦੇਖਣ ਨੂੰ ਸੋਹਣੀ ਲੱਗਦੀ ਆ। ਕ੍ਰੋਮ ਗ੍ਰਿਲ ਦਾ ਵਿੱਚ ਨੈਵੀਗੇਟਰ ਦਾ ਬੈਜ ਆ। ਐਂਡ ਇਹ ਜਿਹੜਾ ਬੈਜ ਆ ਇਹ ਲਾਈਟ ਅਪ ਹੁੰਦਾ ਆ। ਇੱਕ ਇਹ ਵੱਡਾ ਬੈਜ ਆ ਐਂਡ ਇਹਦੇ ਛੋਟੇ ਛੋਟੇ ਲਿੰਕਨ ਦੇ ਬੈਜ ਆ ਗ੍ਰਿਲ ਦੇ ਵਿੱਚ। ਇੱਕ ਇਹ ਨੀਟ ਕੋਰਕ ਆ। ਆਪਾਂ ਜੇ ਇਹਦੀ ਲਾਈਟ ਦੀ ਗੱਲ ਕਰੀਏ, ਜਿਹੜੀ ਲਾਈਟ ਆ ਕਾਫੀ ਵੱਡੀ ਲਾਈਟ ਆ ਜਿਹੜੀ ਦੇਖਣ ਨੂੰ ਵਧੀਆ ਵੀ ਲੱਗਦੀ ਆ। ਐਂਡ ਐਡਾ ਵੱਡਾ ਟਰੱਕ ਆ, ਲਾਈਟ ਵੀ ਉਨੀ ਵੱਡੀ ਚਾਹੀਦੀ ਆ ਜਿਹੜੀ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਆ। ਜੇ ਆਪਾਂ ਥੱਲੇ ਦੇਖੀਏ, ਤੁਹਾਡੇ ਪਾਰਕਿੰਗ ਸੈਂਸਰਸ ਨੇ ਐਂਡ ਥੱਲੇ ਤੁਹਾਡੀ ਇੱਕ ਹੋਰ ਪੇਅਰ ਆ LED ਲਾਈਟਸ ਦਾ। ਲਾਈਟਸ ਤੋਂ 3 ਲਾਈਟਸ ਨੇ। ਇੱਕ ਹੈਡਲਾਈਟ ਹਾਊਸਿੰਗ ਆ, ਇੱਕ ਤੁਹਾਡੀ ਟਰਨ ਸਿਗਨਲ ਵਾਲੀ ਹਾਊਸਿੰਗ ਆ, ਉਹ ਅਲੱਗ ਆ। ਐਂਡ ਥੱਲੇ ਇੱਕ ਹੋਰ LED ਆ। ਜੇ ਆਪਾਂ ਓਵਰਆਲ ਇਹਦੇ ਫਰੰਟ ਦੀ ਗੱਲ ਕਰੀਏ, ਦੇਖਣ ਨੂੰ ਬਹੁਤ ਸੋਹਣਾ ਲੱਗਦਾ ਆ। ਐਂਡ ਇਹ ਵਨ ਆਫ ਮਾਈ ਫੇਵਰੇਟ ਟਰੱਕਸ ਵੀ ਆ। ਜੇ ਆਪਾਂ ਟਰੱਕ ਦੀ ਲੈਂਥ ਜਸਟੀਫਾਈ ਕਰਨੀ ਹੋਏ ਨਾ, ਇੱਕ ਵਾਰੀ ਮੈਂ ਤੁਹਾਨੂੰ ਪੂਰਾ ਟਰੱਕ ਦੇ ਅੱਗਿਓਂ ਲੈ ਕੇ ਤੇ ਪਿੱਛੋਂ ਤੱਕ ਨਾ ਤੁਰ ਕੇ ਦਿਖਾਉਣਾ ਆ। ਇੰਨਾ ਲੰਬਾ ਆ ਇਹ ਟਰੱਕ। ਜੇ ਆਪਾਂ ਟਰੱਕ ਦੇ ਟਾਇਰਸ ਦੀ ਗੱਲ ਕਰੀਏ, 22 ਇੰਚ ਦੇ ਟਾਇਰ ਆ ਜਿਹੜੇ ਕਿ ਮੈਨੂੰ ਛੋਟੇ ਲੱਗ ਰਹੇ ਆ ਦੇਖਣ ਨੂੰ। 22 ਇੰਚ ਦਾ ਟਾਇਰ ਬਹੁਤ ਵੱਡਾ ਹੁੰਦਾ ਆ, ਪਰ ਮੈਨੂੰ ਲੱਗਦਾ ਇੱਥੇ ਜੇ 23 ਜਾਂ 24 ਇੰਚ ਦੇ ਟਾਇਰ ਪਾਏ ਹੋਣ ਉਹ ਜ਼ਿਆਦਾ ਵਧੀਆ ਲੱਗਣਗੇ। ਇਹਦੀ ਜਸਟੀਫਿਕੇਸ਼ਨ ਜ਼ਿਆਦਾ ਵਧੀਆ ਲੱਗੂਗਾ ਵੀ ਟਾਇਰ ਪਿਆ। ਇਹਦੇ ਇਹਨਾਂ ਦਾ ਬੱਚੇ ਆ ਟਾਇਰਾਂ ਦੇ। ਜੇ ਆਪਾਂ ਸਾਈਡ 'ਤੇ ਦੇਖੀਏ, ਤੁਹਾਡੀ ਨੈਵੀਗੇਟਰ ਦੀ ਬੈਜਿੰਗ ਆ। ਐਂਡ ਜਿਹੜਾ ਕਲਰ ਆ ਟਰੱਕ ਦਾ ਬਲੂ ਕਲਰ ਆ, ਡਾਰਕ ਬਲੂ ਕਲਰ ਆ। ਪਰ ਜੇ ਆਪਾਂ ਦੂਰੋਂ ਦੇਖੀਏ ਬਲੈਕ ਲੱਗਦਾ ਹੈ। ਜਦੋਂ ਆਪਾਂ ਧੁੱਪ 'ਚ ਦੇਖਦੇ ਹਾਂ ਉਦੋਂ ਵੀ ਬਲੈਕ ਲੱਗਦਾ ਆ। ਐਂਡ ਜਿਹੜੀ ਓਵਰਆਲ ਸਾਈਡਸ ਦੇਖਣ ਨੂੰ ਸੋਹਣੀਆਂ ਆ। ਜੇ ਆਪਾਂ ਬੋਡੀ ਬਾਈ ਗਲਾਸ ਰੇਸ਼ੋ ਦੇਖੀਏ, ਕਿੰਨਾ ਵੱਡਾ ਗਲਾਸ ਆ ਜਿਹੜਾ ਦੇਖਣ ਨੂੰ ਵਧੀਆ ਲੱਗਦਾ। ਅਤੇ ਜਦੋਂ ਆਪਾਂ ਅੰਦਰ ਕੈਬਿਨ 'ਚ ਬੈਠਦੇ ਹਾਂ, ਆਪਾਂ ਨੂੰ ਏਅਰੀ ਫੀਲ ਵੀ ਆਉਂਦੀ। ਟਰੱਕ ਦੀ ਜਿਹੜੀ ਬੈਕ ਲਾਈਟ ਆ ਪੂਰੀ LED ਲਾਈਟ ਬਾਰ ਆ। ਜੇ ਆਪਾਂ ਜਸਟੀਫਿਕੇਸ਼ਨ ਕਰਨੀ ਹੋਏ ਨਾ ਇਹਦੀ, ਆ ਮੇਰੇ ਹੱਥ ਆ, ਮੈਂ ਪੂਰੇ ਫੈਲਾ ਰਿਹਾ ਆਪਣੇ ਹੱਥ, ਅਤੇ ਤੁਸੀਂ ਜੇ ਦੇਖੋ ਹਲੇ ਵੀ ਲਾਈਟ ਬਾਰ ਮੁੱਕ ਨਹੀਂ ਰਹੀ। ਹਲੇ ਇੱਧਰ ਵਾਲੀ ਸਾਈਡ ਹਲੇ ਪਈ ਆ। ਸੋ ਪੂਰੀ ਜਿਹੜੀ ਲਾਈਟ ਬਾਰ ਆ LED ਲਾਈਟ ਬਾਰ ਆ, ਜੋ ਰਾਤੀ ਲਾਈਟ ਅਪ ਹੁੰਦੀ ਆ, ਦੇਖਣ ਨੂੰ ਬਹੁਤ ਸੋਹਣੀ ਲੱਗਦੀ ਆ। ਐਂਡ ਮੈਨੂੰ ਬਹੁਤ ਘੈਂਟ ਲੱਗਦੀ ਆ। ਜੇ ਆਪਾਂ ਟਰੱਕ ਦੀ ਚਾਬੀ ਦੀ ਗੱਲ ਕਰੀਏ, ਸੇਮ ਜਿਹੜੀ ਫੋਰਡ ਦੀ ਚਾਬੀ ਆ, ਸੇਮ ਮਸਟੈਂਗ ਵਾਲੀ ਚਾਬੀ ਆ। ਇਹ ਗੱਲ ਤੋਂ ਮੈਂ ਥੋੜ੍ਹਾ ਡਿਸਅਪੋਇੰਟਡ ਆ, ਬਾਕੀ ਨਹੀਂ ਮੈਨੂੰ ਕੋਈ ਕੰਪਲੇਂਟ। ਜੇ ਆਪਾਂ ਟਰੱਕ ਦੀ ਟਰੰਕ ਖੋਲ੍ਹਦੇ ਹਾਂ, 2 ਬਟਨ ਆ, ਥੋੜ੍ਹਾ ਕਨਫਿਊਜ਼ ਹੋ ਜਾਂਦਾ ਬੰਦਾ ਦੇਖ ਕੇ। ਜਿਹੜਾ ਮੇਰੇ ਰਾਈਟ ਹੈਂਡ ਸਾਈਡ ਆ ਉਹ ਉੱਪਰ ਵਾਲਾ ਗਲਾਸ ਖੋਲ੍ਹਦਾ ਆ, ਐਂਡ ਜਿਹੜਾ ਮੇਰੇ ਲੈਫਟ ਹੈਂਡ ਸਾਈਡ ਆ ਉਹ ਟਰੰਕ ਖੋਲ੍ਹਦਾ ਤੁਹਾਡੀ। ਸੋ ਆਹ ਵਾਲਾ ਜਿਹੜਾ ਆ ਗਲਾਸ ਅਲੱਗ ਤੋਂ ਉੱਪਰ ਚੱਕ ਸਕਦੇ ਆਪਾਂ। ਇਹਦਾ ਫਾਇਦਾ ਇਹ ਆ, ਹੁਣ ਜਿੱਦਾਂ ਮੰਨ ਲਓ ਆਪਾਂ ਗਰੋਸਰੀ ਕਰਕੇ ਆਏ ਹਾਂ, ਆਪਾਂ ਟਰੰਕ ਖੋਲ੍ਹਣੀ ਉਹਨੂੰ 2 ਮਿੰਟ ਲੱਗੂਗੇ। ਆਪਾਂ ਬਟਨ ਦੱਬਿਆ, ਚੱਕ ਕੇ ਬੈਗ ਸੁੱਟੇ, ਕੰਮ ਡਨ ਆ ਆਪਣਾ। ਆਪਾਂ ਹੁਣ ਗਰੋਸਰੀ ਦੀ ਗੱਲ ਕਰ ਰਹੇ ਸੀਗੇ। ਮੇਰੇ ਹੱਥ 'ਚ ਗਰੋਸਰੀ ਬੈਗ ਆ। ਹੁਣ ਮੇਰਾ ਹੱਥ ਲਿਫਾਫੇ ਫੜੇ ਆ, ਹੈ ਨਾ। ਹੁਣ ਮੈਂ ਬਟਨ ਕਿੱਦਾਂ ਦੱਬਾਂ, ਟਰੰਕ ਕਿੱਦਾਂ ਖੋਲ੍ਹਾਂ। ਇਹਦੇ ਥੱਲੇ ਸੈਂਸਰ ਲੱਗਾ ਆ। ਤੁਸੀਂ ਆਪਣਾ ਪੈਰ ਇੱਦਾਂ ਮਾਰੋ, ਤੁਹਾਡੀ ਜਿਹੜੀ ਆ ਟਰੰਕ ਖੁੱਲ੍ਹ ਜਾਂਦੀ ਆ। ਜੇ ਆਪਾਂ 3rd ਰੋ ਸੀਟਸ ਜਿਹੜੀਆਂ ਆ ਉੱਪਰ ਕੀਤੇ ਹੋਣ ਤੇ ਪਿੱਛੇ ਸਟੋਰੇਜ ਘੱਟ ਰਹਿ ਜਾਂਦੀ ਆ। ਐਂਡ ਜੇ ਆਪਾਂ ਫੋਲਡ ਕਰਨੀਆਂ ਔਨ ਸੀਟਸ, ਇੱਥੇ ਬਟਨ ਲੱਗਿਆ ਉੱਥੋਂ ਫੋਲਡ ਹੁੰਦੀ ਆ। ਪਰ ਉਸ ਤੋਂ ਪਹਿਲੇ ਆਪਾਂ ਜੇ ਇੱਧਰ ਦੇਖੀਏ, ਇੱਧਰ ਤੁਹਾਡੀਆਂ ਗਰੋਸਰੀ ਬੈਗ ਹੁੱਕਸ ਨੇ। ਐਂਡ ਜੇ ਆਪਾਂ ਜਿੱਥੇ ਮੈਂ ਬੈਠਾ ਇਹਦੇ ਥੱਲੇ ਦੇਖੀਏ, ਥੋੜ੍ਹੀ ਐਡੀਸ਼ਨਲ ਸਟੋਰੇਜ, ਆਪਣਾ ਥੋੜ੍ਹਾ ਸੀਕਰੇਟ ਸਮਾਨ ਰੱਖ ਸਕਦੇ ਹਾਂ। 3rd ਰੋ ਫੋਲਡ ਕਰਨੀ ਹੋਏ, ਇੱਧਰ ਬਟਨ ਲੱਗਿਆ। ਹੁਣ ਆਪਾਂ ਜਿਹੜੀ ਆ 3rd ਰੋ ਫੋਲਡ ਕਰਤੀ। ਹੁਣ ਆਪਾਂ ਇੱਥੇ ਚਿੱਲ ਕਰ ਸਕਦੇ ਹਾਂ। ਚਿੱਲ ਇੱਦਾਂ, ਹੁਣ ਤੁਸੀਂ ਜੇ ਮੰਨ ਲਓ ਪਿਕਨਿਕ 'ਤੇ ਗਏ ਹੋ, ਹੈ ਨਾ, ਵੀ ਘਰ ਦੇ ਕਈ ਵਾਰੀ ਆਪਾਂ ਨੂੰ ਤੰਗ ਕਰ ਰਹੇ, ਆਪਾਂ ਇੱਥੇ ਆਰਾਮ ਨਾਲ ਇੱਦਾਂ ਲੰਮੇ ਪੈ ਸਕਦੇ ਹਾਂ। ਹੋਰ ਬਣ ਰਿਹਾ, ਸੌਰੀ ਮੈਂ ਲੇਜ਼ੀ ਹੋ ਜਾਂਦਾ ਕਈ ਵਾਰੀ, ਮੇਰਾ ਘਰ ਵੀ ਮੈਨੂੰ ਦਿਲ ਨਹੀਂ ਕਰ ਰਿਹਾ, ਸੌਣ ਨੂੰ ਦਿਲ ਕਰ ਰਿਹਾ। ਸੋ ਜਦੋਂ ਆਪਾਂ 3rd ਰੋ ਫੋਲਡ ਕਰ ਦਿੰਦੇ ਹਾਂ, ਕਾਫੀ ਸਪੇਸ ਹੋ ਜਾਂਦੀ ਆ। ਜੇ ਤੁਸੀਂ ਹੋਰ ਤੁਹਾਡੇ ਰਿਸ਼ਤੇਦਾਰ ਆ ਰਹੇ ਆ ਇੰਡੀਆ ਤੋਂ, ਤੁਹਾਨੂੰ ਪਤਾ ਹੀ ਆ 5-7 ਟੈਚੀ ਲੈ ਕੇ ਆਉਂਦੇ ਆ ਉਹ, ਫਿਰ ਇੱਥੇ ਵੀ ਨਹੀਂ ਆਉਣੇ ਉਹ ਪੂਰੇ। ਕਈ ਵਾਰੀ ਜ਼ਿਆਦਾ ਪਾਂਡੀ ਹੁੰਦੀ ਆ। ਫਿਰ ਆਪਾਂ ਫਿਰ ਇੱਕ ਹੋਰ ਤਰੀਕਾ ਆ, ਫਿਰ ਆਪਾਂ ਫੋਲਡ ਕਰਨੀ ਆ ਅਗਲੀ ਰੋ। ਫਿਰ ਇੱਥੇ 2 ਬਟਨ ਆ, ਪਰ ਪੰਗਾ ਉਹਦਾ ਇਹ ਆ, ਫੋਲਡ ਤੇ ਹੋ ਜਾਂਦੀਆਂ ਪਰ ਉਹ ਵਾਪਸ ਆਪੇ ਉੱਪਰ ਨਹੀਂ ਆਉਂਦੀਆਂ, ਉਹ ਆਪਾਂ ਨੂੰ ਮੈਨੂਅਲੀ ਕਰਨੀਆਂ ਪੈਂਦੀਆਂ ਨੇ। ਸੋ ਬਹੁਤ ਹੀ ਗੁੱਸੇ ਨਾਲ ਜਾਂਦੀਆਂ ਨੇ ਉਹ ਅੱਗੇ। ਪੂਰੀ ਫੋਲਡ ਹੋ ਗਈ ਆ। ਸੋ ਪੂਰਾ ਘੈਂਟ ਸਿਸਟਮ ਬਣ ਜਾਂਦਾ ਆ। ਮੈਂ ਦਵਾ ਕੇ ਬੜਾ ਚਿੱਲ ਜਿਹਾ ਨਹੀਂ ਕਰ ਰਿਹਾ ਅੱਜ। ਐਂਡ ਇੱਕ ਹੋਰ ਗੱਲ ਹੈ, ਜਿੱਦਾਂ ਹੁਣ ਪਿਛਲੀਆਂ ਸੀਟ ਬੈਲਟਸ ਨੇ ਨਾ ਜਿਹੜੀਆਂ ਇੱਥੇ ਨੇ,
ਸੇ ਜੇ ਤੁਹਾਡੇ ਮੈਂ ਹੁਣ ਆਪਾਂ ਗੱਲ ਕਰ ਸੀ ਜੇ ਤੁਹਾਡੇ ਕੋਈ ਰਿਸ਼ਤੇਦਾਰ ਆਏ ਅਨੋਇੰਗ ਬੱਚਾ ਹੈ ਉਹਨੂੰ ਬੰਨਣਾ ਹੈ ਸੋ ਇਹ ਸੀਟ ਬੈਲਟ ਆ ਇਹ ਕੱਢ ਕੇ ਉਹਨੂੰ ਬੰਨ ਸਕਦੇ ਹੋ ਇੱਦਾਂ ਬਾਕੀ ਓਵਰਆਲ ਗੁੱਡ ਸਪੇਸ ਆ ਐਂਡ ਜਦੋਂ ਆਪਾਂ ਸੀਟਸ ਅਪ ਕਰ ਦਿੰਦੇ ਹਾਂ ਉਦੋਂ ਸਟੋਰੇਜ ਘੱਟ ਜਾਂਦੀ ਹੈ ਥੋੜੀ ਆਪਾਂ ਜੇ ਕਾਰ ਅਨਲੌਕ ਕਰਨੀ ਹੈ ਡੋਰ ਦੇ ਪਿੱਛੇ ਸੈਂਸਰ ਲੱਗਾ ਹੈ ਤੁਸੀਂ ਹੱਥ ਪਾਓ ਡੋਰ 'ਚ ਤੇ ਦਰਵਾਜ਼ਾ ਖੁੱਲ ਜਾਂਦਾ ਹੈ ਇਹਦੇ 'ਚ ਰਿਟਰੈਕਟੇਬਲ ਰਨਿੰਗ ਬੋਰਡਸ ਵੀ ਲੱਗਿਆ ਜਦੋਂ ਆਪਾਂ ਦਰਵਾਜ਼ਾ ਖੋਲ੍ਹਦੇ ਹਾਂ ਐਂਡ ਉਹ ਰਿਟਰੈਕਟ ਹੋ ਜਾਂਦੇ ਆ ਜੇ ਆਪਾਂ ਟਰੱਕ ਦੇ ਇੰਜਨ ਦੀ ਗੱਲ ਕਰੀਏ 3.5 ਲੀਟਰ ਇਕੋ ਬੂਸਟ V6 ਇੰਜਨ ਆ 450 ਹਾਰਸ ਪਾਵਰ ਆ ਬੇਸਿਕਲੀ ਸੇਮ ਫੋਰਡ F-150 ਰੈਪਟਰ ਵਾਲਾ ਇੰਜਨ ਆ ਜਿਹੜੀ ਕਿ ਘੈਂਟ ਚੀਜ਼ ਆ ਵਧੀਆ ਪਾਵਰ ਆ ਜਦੋਂ ਆਪਾਂ ਚਲਾਵਾਂਗੇ ਡਰਾਈਵ ਤੇ ਜਾਵਾਂਗੇ ਉਦੋਂ ਪਤਾ ਲੱਗੂਗਾ ਕਿੱਦਾਂ ਇਹ ਲਿੰਕਨ ਨੈਵੀਗੇਟਰ ਦੀ ਟੌਪ ਟ੍ਰਿਮ ਨਹੀਂ ਆ ਪਰ ਇਹਦੇ 'ਚ ਬੇਸਿਕਲੀ ਸਾਰਾ ਕੁਝ ਹੈਗਾ ਟੌਪ ਟ੍ਰਿਮ ਦਾ ਪਰ ਇੱਕ ਚੀਜ਼ ਮਿਸਿੰਗ ਆ ਇਹਦੇ 'ਚ ਹੁਣ ਜਿਹੜੇ ਆ ਬਲੈਕਡ ਆਊਟ ਆ ਥੱਲੇ ਇਹ ਉੱਪਰ ਲੈਦਰ ਆ ਹੁਣ ਜਿਹੜਾ ਟੌਪ ਮਾਡਲ ਆ ਬਲੈਕ ਲੇਬਲ ਉਹਦੇ 'ਚ ਕੀ ਆ ਜਿਹੜੇ ਆ ਬਰਾਊਨ ਲੈਦਰ ਆ ਨਾ ਥੱਲੇ ਇਹ ਵੀ ਕਲਰ ਮੈਚ ਦਾ ਸੋ ਇਹ ਬਲੈਕ ਦੀ ਜਗ੍ਹਾ ਬਰਾਊਨ ਹੋਊਗਾ ਸੋ ਇੱਕ ਇਹ ਚੀਜ਼ ਆ ਆਪਾਂ ਜੇ ਇੱਧਰ ਤੁਹਾਡਾ ਆਰਮਰੈਸਟ ਦੇਖੀਏ ਬਿਊਟੀਫੁਲ ਲੁਕਿੰਗ ਬਰਾਊਨ ਲੈਦਰ ਤੇ ਬਲੈਕ ਕੰਟਰਾਸਟ ਸਟਿਚਿੰਗ ਆ ਉੱਪਰ ਆਪਾਂ ਦੇਖੀਏ ਸਟਿਚਿੰਗ ਆ ਠੀਕ ਆ ਸੌਫਟ ਪੈਡਡ ਆ ਐਂਡ ਥੱਲੇ ਵਾਲਾ ਥੋੜਾ ਸਕ੍ਰੈਚੀ ਪਲਾਸਟਿਕ ਆ ਆਪਾਂ ਥੱਲੇ ਦੇਖੀਏ ਤੁਹਾਡੀਆਂ 2 ਬਾਟਲਸ ਆਰਾਮ ਨਾਲ ਆ ਜੂਗੀਆਂ ਛੋਟੀਆਂ ਜਿਹੜੀ ਤੁਹਾਡੀ ਵੱਡੀ ਬਾਟਲ ਆ ਵਾਲੀ ਇਹ ਇੱਥੇ ਨਹੀਂ ਆਉਂਦੀ ਜਾਂ ਫਸਾਉਣੀ ਪੈਂਦੀ ਹੈ ਇੱਦਾਂ ਐਂਡ ਜੇ ਆਪਾਂ ਸਪੀਕਰਸ ਦੇਖੀਏ ਇੱਕ ਉੱਪਰ ਸਪੀਕਰ ਆ ਇੱਕ ਇਹਦੇ ਥੱਲੇ ਸਪੀਕਰ ਆ ਐਂਡ ਨਾਲ ਇੱਕ ਛੋਟਾ ਟਵੀਟਰ ਆ 20 ਸਪੀਕਰ ਆਡੀਓ ਸਿਸਟਮ ਆ ਤੁਹਾਨੂੰ ਪਤਾ ਹੀ ਅੱਗੇ ਮੈਂ ਕੀ ਕਹਿਣਾ ਮੈਂ ਸੁਣ ਕੇ ਦੇਖਿਆ ਆ ਘੈਂਟ ਆ ਇਹ ਵੁੱਡ ਗ੍ਰੇਨ ਆ ਮੈਂ ਨਾ ਟਰਾਈ ਕੀਤੀ ਇਹਨੂੰ ਸੁੰਘ ਕੇ ਦੇਖਣ ਦੀ ਵੀ ਅਸਲੀ ਵੁੱਡ ਆ ਮੈਨੂੰ ਸਮੈਲ ਨਹੀਂ ਫੀਲ ਹੋਈ ਸੋ ਆਈ ਥਿੰਕ ਸੋ ਅਸਲੀ ਆ ਪਰ ਮੈਂ 100% ਸ਼ੋਰ ਨਹੀਂ ਆਪਾਂ ਜੇ ਇੱਧਰ ਦੇਖੀਏ ਤੁਹਾਡੇ ਵਿੰਡੋ ਦੇ ਕੰਟਰੋਲਸ ਆ ਮਿਰਰ ਦੇ ਕੰਟਰੋਲਸ ਆ ਇਹ ਬੇਸਿਕ ਸਟੱਫ ਆ ਜਿਹੜੀ ਮੇਨ ਚੀਜ਼ ਆ ਮੇਨ ਟੌਪਿਕ ਆ ਉਹ ਸੀਟ ਇਹ ਤੁਹਾਡੀਆਂ ਸੀਟ ਐਡਜਸਟਮੈਂਟਸ ਨੇ ਐਂਡ ਇਹ ਇੱਦਾਂ ਲੱਗਦਾ ਆ ਸੀਟ ਐਡਜਸਟਮੈਂਟ ਦਾ ਬੁਫੇ ਲੱਗਾ ਹੁੰਦਾ ਆ ਆਪਾਂ ਜੇ ਇੱਧਰ ਦੇਖੀਏ 3% ਮੈਮਰੀ ਸੀਟਸ ਆ ਇਹ ਤਾਂ ਤੁਸੀਂ ਸਾਰੇ ਹੁਣ ਮੈਂ ਸਮਝਾ ਹੀ ਦਿੱਤਾ ਸਾਰਿਆਂ ਨੂੰ ਕੀ ਹੁੰਦਾ ਆ ਆਪਾਂ ਇਹਦੀ ਗੱਲ ਕਰੀਏ ਜਿਹੜਾ ਉੱਪਰ ਵਾਲਾ ਬਟਨ ਆ ਇਹ ਤੋਂ ਕੀ ਹੁੰਦਾ ਜਿਹੜੀ ਤੁਹਾਡੀ ਹੈਡਰੈਸਟ ਆ ਉੱਪਰ ਤੇ ਥੱਲੇ ਹੁੰਦਾ ਆ ਉਹ ਵੀ ਇੱਕ ਨਾਰਮਲ ਚੀਜ਼ ਦਾ ਹੁੰਦਾ ਆ ਇਹਦੇ 'ਚ ਇੱਕ ਘੈਂਟ ਚੀਜ਼ ਕੀ ਆ ਜਿਹੜਾ ਤੁਹਾਡਾ ਹੈਡਰੈਸਟ ਆ ਉਹ ਅੱਗੇ ਪਿੱਛੇ ਵੀ ਹੁੰਦਾ ਸੋ ਇਹਨੂੰ ਆਪਾਂ ਜੇ ਅੱਗੇ ਕਰੀਏ ਤੇ ਹੈਡਰੈਸਟ ਤੁਹਾਡਾ ਅੱਗੇ ਹੁੰਦਾ ਆ ਪਿੱਛੇ ਕਰੀਏ ਤੇ ਹੈਡਰੈਸਟ ਪਿੱਛੇ ਹੁੰਦਾ ਆ ਇੱਕ ਕੂਲ ਚੀਜ਼ ਆ ਪਰ ਜਿਹੜੀਆਂ ਸੀਟਸ ਹੁੰਦੀਆਂ ਨਾਰਮਲ ਕਾਰ ਦੀਆਂ ਸੀਟਸ ਹੁੰਦੀਆਂ ਉਹ ਤਾਂ ਮੂਵ ਹੋ ਜਾਂਦੀਆਂ ਅੱਗੇ ਪਿੱਛੇ ਹੋ ਜਾਂਦੀਆਂ ਸੀਟ ਪੂਰੀ ਜਾਂਦੀ ਆ ਇਹਦੀ ਜਿਹੜੀ ਆਪਾਂ ਗੱਲ ਕਰੀਏ ਅੱਪਰ ਬੈਕ ਆ ਉਹ ਪਾਰਟ ਅਲੱਗ ਮੂਵ ਹੁੰਦਾ ਸੋ ਇਹ ਬਟਨ ਆ ਇੱਥੋਂ ਤੁਹਾਡੀ ਜਿਹੜੀ ਆ ਅੱਪਰ ਬੈਕ ਆ ਆਪਾਂ ਉਹ ਐਡਜਸਟ ਕਰ ਸਕਦੇ ਹਾਂ ਉਹਨੂੰ ਅੱਗੇ ਪਿੱਛੇ ਕਰ ਸਕਦੇ ਹਾਂ ਜਿਹੜਾ ਉਹਦੇ ਥੱਲੇ ਬਟਨ ਆ ਉਹ ਸੀਟ ਰਿਕਲਾਈਨ ਕਰਦਾ ਆ ਪੂਰੀ ਜਿਹੜੀ ਕਾਰਸ ਦੀ ਅੰਡਰ ਥਾਈ ਸਪੋਰਟ ਹੁੰਦੀ ਆ ਉਹ ਐਡਜਸਟ ਹੋ ਜਾਂਦੀ ਆ ਇਹਦੇ 'ਚ ਜਿਹੜੀ ਅੰਡਰ ਥਾਈ ਸਪੋਰਟ ਆ ਲੈਫਟ ਸਾਈਡ ਦੀ ਅਲੱਗ ਐਡਜਸਟ ਹੁੰਦੀ ਆ ਰਾਈਟ ਸਾਈਡ ਦੀ ਅਲੱਗ ਐਡਜਸਟ ਹੁੰਦੀ ਆ ਮਤਲਬ ਇੱਕ ਪੈਰ ਅੱਗੇ ਕਰਕੇ ਰੱਖਣਾ ਇੱਕ ਪੈਰ ਅੱਗੇ ਰੱਖ ਕੇ ਚਲਾ ਲਓ ਇੱਕ ਪਿੱਛੇ ਰੱਖ ਕੇ ਕਰਨਾ ਪਿੱਛੇ ਰੱਖ ਕੇ ਇੱਥੇ ਲੇਬਲ ਆ ਆਰ ਤੇ ਨਾਲੇ ਪਿੱਛੇ ਇਹਨੂੰ ਦੱਪੀ ਆਪਾਂ ਪਿੱਛੇ ਹੋਊਗਾ ਰਾਈਟ ਸਾਈਡ ਵਾਲਾ ਇਹਨੂੰ ਅੱਗੇ ਵਾਲੇ ਨੂੰ ਦੱਪੀਏ ਤੇ ਅੱਗੇ ਹੋਊਗਾ ਐਂਡ ਲੈਫਟ ਸਾਈਡ ਵਾਲਾ ਅੱਗੇ ਪਿੱਛੇ ਸੇ ਜਿਹੜਾ ਇਹ ਵਾਲਾ ਬਟਨ ਆ ਉਹ ਤੁਹਾਡਾ ਮਸਾਜ ਸੀਟਸ ਆ ਜਦੋਂ ਆਪਾਂ ਇਹਨੂੰ ਦੱਬਦੇ ਹਾਂ ਤੁਹਾਡੀ ਸਕਰੀਨ 'ਚ ਮਸਾਜ ਸੀਟਸ ਦੀਆਂ ਸੈਟਿੰਗਸ ਖੁੱਲ ਜਾਂਦੀਆਂ ਆਪਾਂ ਉੱਥੋਂ ਐਡਜਸਟ ਕਰ ਸਕਦੇ ਹਾਂ ਐਂਡ ਇਹ ਸੀਟਸ 'ਚ ਇੰਨੇ ਜ਼ਿਆਦਾ ਕੰਟਰੋਲਸ ਆ ਐਡੀਸ਼ਨਲ 4 ਬਟਨ ਦਿੱਤੇ ਆ ਜਦੋਂ ਆਪਾਂ ਇਹਨਾਂ ਨੂੰ ਦੱਬਦੇ ਹਾਂ ਕੁਛ ਨਹੀਂ ਹੁੰਦਾ ਸਕਰੀਨ 'ਚ ਸੀਟ ਐਡਜਸਟਮੈਂਟਸ ਖੁੱਲ ਜਾਂਦੀਆਂ ਉਹ ਮੈਂ ਤੁਹਾਨੂੰ ਜਦੋਂ ਇਨਫੋਟੇਨਮੈਂਟ ਦਿਖਾਊਂਗਾ ਉਹ ਦਿਖਾਊਂਗਾ ਆਪਾਂ ਜੇ ਇਹਦੀਆਂ ਸੀਟਸ ਦੀ ਗੱਲ ਕਰੀਏ ਹੁਣ ਜਿਹੜੇ ਬੰਦੇ ਨੂੰ ਤੇ ਸੀਟ ਐਡਜਸਟ ਕਰਨੀ ਆ ਜੇ ਉਹਦੇ ਲਈ ਬਹੁਤ ਕੰਫਰਟੇਬਲ ਆ ਜਿਹਨੂੰ ਅੱਗੇ ਪਿੱਛੇ ਗਲਤ ਹੋ ਗਈ ਇੰਨੀਆਂ ਜ਼ਿਆਦਾ ਐਡਜਸਟਮੈਂਟਸ ਆ ਇਹਦੇ 'ਚ ਕਈ ਵਾਰੀ ਹੋ ਸਕਦਾ ਬਹੁਤ ਅਨਕੰਫਰਟੇਬਲ ਵੀ ਹੋ ਜਾਏ ਤੁਹਾਡੀ ਬਾਕੀ ਆਪਾਂ ਜੇ ਇਹਦੀਆਂ ਸੀਟਸ ਦੀ ਗੱਲ ਕਰੀਏ ਦੇਖਣ ਨੂੰ ਇੰਨੀਆਂ ਸੋਹਣੀਆਂ ਸੀਟਸ ਆ ਬਲੈਕ ਕੰਟਰਾਸਟ ਸਟਿਚਿੰਗ ਆ ਸੀਟਸ ਵਾਕਈ ਬਾਬਿਓ ਇਹਦਾ ਲੱਗਦਾ ਸਪੋਰਟੀ ਯਾਟ 'ਚੋਂ ਸੀਟਸ ਕੱਢੀਆਂ ਹੁੰਦੀਆਂ ਆ ਵਾਕਈ ਘੈਂਟ ਇਹ ਤੁਹਾਡੇ ਲਾਈਟ ਦੇ ਕੰਟਰੋਲਸ ਨੇ ਐਂਡ ਇਹ ਤੁਹਾਡੀ ਗੇਜ ਕਲਸਟਰ ਬ੍ਰਾਈਟਨੈਸ ਐਂਡ ਡੈਮ ਇਹਦਾ ਟਰੰਕ ਰਿਲੀਜ਼ ਆ ਐਂਡ ਜਿਹੜੇ ਪੈਡਲਸ ਆ ਉਹ ਵੀ ਐਡਜਸਟ ਹੋ ਜਾਂਦੇ ਆਪਾਂ ਦੇਖੀਏ ਜੇ ਐਂਡ ਆਪਾਂ ਇੱਧਰ ਦੇਖੀਏ ਜਿਹੜੀ ਸਾਈਡ ਤੇ ਕ੍ਰੋਮ ਆ ਐਂਡ ਇਹ ਦੇਖਣ ਨੂੰ ਬਹੁਤ ਹਾਈ ਐਂਡ ਲੱਗਦੀ ਆ ਜਿਹੜਾ ਸਕਰੋਲ ਵੀਲ ਆ ਇੱਕ ਵਾਰੀ ਤੁਸੀਂ ਟਿਊਨ ਸੁਣਿਓ ਜੋ ਆਪਾਂ ਲਾਈਟ ਆਨ ਕਰਦੇ ਆ ਜਿਹੜਾ ਤੁਹਾਡਾ ਸਟੀਅਰਿੰਗ ਵੀਲ ਆ ਇਲੈਕਟ੍ਰੀਕਲੀ ਐਡਜਸਟੇਬਲ ਆ ਉੱਪਰ ਥੱਲੇ ਤੇ ਅੱਗੇ ਪਿੱਛੇ ਆਪਾਂ ਜੇ ਗੇਜ ਕਲਸਟਰ ਸਕਰੀਨ ਦੇਖੀਏ ਇਹਦੇ 'ਚ ਆਪਾਂ ਨੂੰ ਨਾ ਸਟਾਰਸ ਦਿਖ ਰਿਹਾ ਇਹਦਾ ਵੀ ਇੱਕ ਪਰਪਸ ਆ ਕਿਉਂ ਸਟਾਰਸ ਆ ਜਦੋਂ ਆਪਾਂ ਡਰਾਈਵ ਮੋਡ ਦੇਖਾਂਗੇ ਨਾ ਕਾਰ ਦੇ ਤੇ ਉਦੋਂ ਦੇਖਾਂਗੇ ਸਿਰਫ 15 ਕਿਲੋਮੀਟਰ ਚੱਲੀ ਆ ਇਹ ਕਾਰ ਐਂਡ ਆਪਾਂ ਜੇ ਕਾਰ ਸਟਾਰਟ ਕਰਨੀ ਹੋਏ ਇੱਧਰ ਇੰਜਨ ਪੁਸ਼ ਬਟਨ ਸਟਾਰਟ ਆ ਇਹਨੂੰ ਦੱਪੋ ਬ੍ਰੇਕ ਤੇ ਪੈਰ ਰੱਖੋ ਤੇ ਸਟਾਰਟ ਹੋ ਜਾਂਦਾ ਇੱਕ ਵਾਰੀ ਗੇਜ ਕਲਸਟਰ ਦੇਖਿਓ ਜਦੋਂ ਆਪਾਂ ਸਟਾਰਟ ਕਰਾਂਗੇ ਸਕਰੀਨ 'ਚ ਨੈਵੀਗੇਟਰ ਐਂਡ ਪਿੱਛੇ ਤੁਹਾਡੇ ਸਟਾਰਸ ਇਹ ਤੁਹਾਡੀ ਟਰਨ ਸਿਗਨਲ ਸਟਾਕ ਐਂਡ ਜਿਹੜਾ ਇਹਦੇ ਪਿੱਛੇ ਬਟਨ ਆ ਇਹ ਤੁਹਾਡੀ ਲੇਨ ਕੀਪ ਅਸਿਸਟ ਆ ਤੁਸੀਂ ਔਨ ਕਰਨਾ ਹੈ ਆਫ ਕਰਨਾ
ਰਾਈਟ ਵਾਲਾ ਸਟਾਕ ਹੈ ਇੱਥੋਂ ਤੁਹਾਡੇ ਵਾਈਪਰ ਕੰਟਰੋਲਸ ਹੁੰਦੇ ਆ। ਜੇ ਆਪਾਂ ਟਰੱਕ ਦੇ ਸਟੀਅਰਿੰਗ ਵੀਲ ਦੀ ਗੱਲ ਕਰੀਏ, ਲੈਦਰ ਰੈਪ ਸਟੀਅਰਿੰਗ ਵੀਲ ਆ ਐਂਡ ਥੱਲੇ ਵੁੱਡ ਵੀ ਲੱਗੀ ਆ। ਜਿਹੜਾ ਇਹ ਵਾਲਾ ਪਾਰਟ ਆ ਇਹ ਵੀ ਲੈਦਰ ਆ। ਇੱਕ ਵਾਰੀ ਲਗਜ਼ਰੀ ਟਰੱਕ ਆ, ਮੈਨੂੰ ਲੱਗਦਾ ਬਹੁਤ ਲੋਕੀ ਕਿਊਰੀਅਸ ਹੋ ਗਏ, ਇੱਕ ਵਾਰੀ ਹਾਰਨ ਦੀ ਆਵਾਜ਼ ਸੁਣਨੀ ਚਾਹੋਗੇ ਇਹਦੀ, ਇੱਕ ਵਾਰੀ ਹਾਰਨ ਦੀ ਆਵਾਜ਼ ਸੁਣਿਓ। ਜੇ ਆਪਾਂ ਇਹਦਾ ਗਲਾਸ ਦੇਖੀਏ ਨਾ, ਡਬਲ ਗਲੇਸ ਗਲਾਸ ਆ, ਹੋਰ ਵੱਧ ਸਾਊਂਡ ਪ੍ਰੂਫਿੰਗ ਵੀ। ਇੱਧਰ ਤੁਹਾਡੇ ਸਟੀਅਰਿੰਗ ਵੀਲ ਦੇ ਕੰਟਰੋਲਸ ਆ, ਇੱਧਰ ਵੋਲੀਅਮ ਨੌਬ ਆ, ਗਾਣਾ ਅੱਗੇ ਪਿੱਛੇ ਕਰਨਾ, ਇੱਕ ਕਰੂਜ਼ ਕੰਟਰੋਲ ਦੇ ਕੰਟਰੋਲਸ ਆ। ਇਹਦੇ ਵਿੱਚ ਐਕਟਿਵ ਬ੍ਰੇਕਿੰਗ ਵੀ ਹੈਗੀ ਆ। ਐਕਟਿਵ ਬ੍ਰੇਕਿੰਗ ਹੁੰਦਾ ਜਦੋਂ ਤੁਸੀਂ ਕਾਰ ਤੁਹਾਡੀ ਕਿਹਦੇ ਵਿੱਚ ਵੱਜਣ ਲੱਗੀ, ਤੁਸੀਂ ਧਿਆਨ ਨਹੀਂ ਦੇ ਰਹੇ ਤੇ ਉਹ ਐਕਟਿਵ ਆਪੇ ਬ੍ਰੇਕ ਕਰ ਲੈਂਦੀ ਆ। ਸੋ ਆਪਾਂ ਇੱਧਰ ਦੇਖੀਏ, ਇਹ ਤੁਹਾਡੀ ਜਿਹੜੀ ਆ ਇਨਫੋਟੇਨਮੈਂਟ ਸਕਰੀਨ ਆ ਉਹ ਕੰਟਰੋਲ ਹੁੰਦੀ ਆ। ਆਪਾਂ ਜੇ ਦੇਖੀਏ ਇਨਫੋਟੇਨਮੈਂਟ ਸਕਰੀਨ ਕਾਫੀ ਡਿਮ ਲੱਗਦੀ ਆ, ਕਿਉਂਕਿ ਇਹਦੇ 'ਚ ਇੱਦਾਂ ਜਦੋਂ ਆਪਾਂ ਜਿਹੜੀ ਸਪੀਡ 'ਤੇ ਪਹੁੰਚ ਜਾਂਦੇ ਆ ਉਹ ਲਾਈਟ ਅਪ ਹੁੰਦੀ ਆ। ਸੋ ਬਾਕੀ ਚੀਜ਼ ਦੇਖਣ ਦੀ ਤੁਹਾਨੂੰ ਲੋੜ ਨਹੀਂ ਆ। ਐਂਡ ਜਿਹੜੀ ਹੈਡਸ ਅਪ ਡਿਸਪਲੇ ਤੁਸੀਂ ਐਡਜਸਟ ਕਰਨੀ ਹੋਏ, ਇਹ ਉਹਦੇ ਕੰਟਰੋਲਸ ਆ। ਉੱਪਰ ਆਪਾਂ ਜੇ ਦੇਖੀਏ ਹੈਡਸ ਅਪ ਡਿਸਪਲੇ ਆ ਰਹੀ ਆ, ਕਾਫੀ ਵੱਡੀ ਹੈਡਸ ਅਪ ਡਿਸਪਲੇ ਆ। ਇਹਨੂੰ ਆਪਾਂ ਇਹਦੀਆਂ ਕਾਫੀ ਸੈਟਿੰਗਸ ਨੇ, ਮੈਂ ਇੱਕ ਵਾਰੀ ਦਿਖਾਉਣਾ ਬਾਅਦ 'ਚੋਂ ਤੁਹਾਨੂੰ। ਐਂਡ ਜੇ ਤੁਸੀਂ ਸੈਟਿੰਗਸ ਜਾਣਾ, ਇੱਧਰ ਬਟਨ ਆ, ਇਹਨੂੰ ਆਪਾਂ ਦੱਪੀਏ ਤੁਹਾਡੀਆਂ ਸਕਰੀਨ ਸੈਟਿੰਗਸ ਖੋਲ ਜਾਂਦੀਆਂ ਨੇ। ਇੱਥੋਂ ਆਪਾਂ ਸਾਰਾ ਕੁਝ ਡਿਸਪਲੇ ਦੇਖ ਸਕਦੇ ਹਾਂ, ਟਰੈਕਸ਼ਨ, ਹਿਲ ਡਿਸੈਂਟ, ਸਾਰੇ ਜਿਹੜੇ ਸਕਰੀਨ ਸੈਟਿੰਗਸ ਨੇ, ਕਾਫੀ ਸੈਟਿੰਗਸ ਨੇ ਇਹਦੇ ਸਕਰੀਨ 'ਚ। ਇੱਧਰ ਤੁਸੀਂ ਹੈਡਸ ਅਪ ਡਿਸਪਲੇ ਦੀ ਬ੍ਰਾਈਟਨੈਸ ਵੀ ਘੱਟ ਵੱਧ ਕਰ ਸਕਦੇ ਹੋ ਜਦੋਂ ਆਪਾਂ ਇਹਨੂੰ ਖੋਲ੍ਹਦੇ ਹਾਂ, ਤੇ ਜਿਹੜੀ ਹੈਡਸ ਅਪ ਡਿਸਪਲੇ ਦੀ ਬ੍ਰਾਈਟਨੈਸ ਆ ਉਹ ਉੱਪਰ ਆਉਣ ਲੱਗ ਪੈਂਦੀ ਆ। ਐਂਡ ਇੱਥੋਂ ਆਪਾਂ ਘੱਟ ਵੱਧ ਕਰ ਸਕਦੇ ਹਾਂ ਇਹਦੀ ਬ੍ਰਾਈਟਨੈਸ। ਆਪਾਂ ਜੇ ਥੱਲੇ ਜਾਈਏ, ਪੋਜੀਸ਼ਨ ਇਹਦੀ ਆਪਾਂ ਪੋਜੀਸ਼ਨ ਵੀ ਆ ਐਡਜਸਟ ਕਰ ਸਕਦੇ ਹਾਂ। ਬੇਸਿਕਲੀ ਰੋਟੇਟ ਵੀ ਕਰ ਸਕਦੇ ਹਾਂ। ਜੇ ਆਪਾਂ ਚਾਹੁੰਦੇ ਹਾਂ ਟੇਢੀ ਰੱਖਣੀ ਆ ਤੇ ਟੇਢੀ ਵੀ ਕਰ ਸਕਦੇ ਹਾਂ, ਜਿੱਦਾਂ ਤੁਹਾਨੂੰ ਠੀਕ ਲੱਗਦਾ। ਰਾਈਟ ਸਾਈਡ 'ਤੇ ਤੁਹਾਡਾ ਫਿਊਲ ਗੇਜ ਆ ਰਿਹਾ ਹੈ, ਸੈਂਟਰ 'ਚ ਤੁਹਾਡੀ ਪਾਰਕਿੰਗ, ਰਿਵਰਸ, ਨਿਊਟਰਲ ਡਰਾਈਵ। ਐਂਡ ਜਿਹੜੇ ਆਪਾਂ ਇਹਦੇ ਦੇਖੀਏ ਇੱਧਰ ਜਿਹੜੇ ਪਾਰਕਿੰਗ, ਜੇ ਆਪਾਂ ਡਰਾਈਵਸ ਪਾਣੀ ਹੋਏ ਇੱਦਾਂ ਲੱਗਦਾ ਪਿਆਨੋ ਆ। ਜੇ ਆਪਾਂ ਰਿਵਰਸ ਪਾਉਣਾ, ਇਹਨੂੰ ਹਿੱਟ ਕਰੋ ਤੇ ਰਿਵਰਸ ਪੈ ਜਾਂਦੀ ਆ। ਉੱਪਰ ਆਪਾਂ ਜੇ ਦੇਖੀਏ ਤੁਹਾਡਾ ਇਹ ਬੈਕਅਪ ਕੈਮਰਾ ਆ ਤੇ 360 ਕੈਮਰਾ ਆ। ਇਹ ਤੁਹਾਡੇ ਟ੍ਰੇਲਰ ਬੈਕਅਪ ਅਸਿਸਟ ਦੇ ਫੰਕਸ਼ਨ ਨੇ, ਆਪਾਂ ਇੱਧਰੋਂ ਟ੍ਰੇਲਰ ਕੰਟਰੋਲ ਕਰ ਸਕਦੇ ਹਾਂ ਆਪਣਾ। ਮੈਂ ਟਰੱਕ ਨੂੰ ਜਦੋਂ ਰੈਵ ਕਰੂੰਗਾ ਨਾ, ਇੱਕ ਵਾਰੀ ਦੇਖਿਓ ਤੁਸੀਂ, ਜਿਹੜੀ ਬਾਰ ਆ ਫਿਰ ਉਹ ਲਿਟ ਅਪ ਹੁੰਦੀ ਆ। ਆਪਾਂ ਜੇ ਟਰੱਕ ਦੇ ਡੈਸ਼ ਦੇਖੀਏ, ਸਟਿਚਿੰਗ ਆ, ਵੁਡਨ ਟ੍ਰਿਮ ਆ, ਦੇਖਣ ਨੂੰ ਫਿਟ ਐਂਡ ਫਿਨਿਸ਼ ਆ ਜਿਹੜੀ ਇੰਨੀ ਸੋਹਣੀ ਆ, ਦੇਖਣ ਨੂੰ ਇੱਦਾਂ ਲੱਗਦਾ ਕਿ ਲਗਜ਼ਰੀ ਟਰੱਕ 'ਚ ਬੈਠੇ ਹੋ। ਜਿਹੜਾ ਆਪਾਂ ਸੈਂਟਰ ਸਟੈਕ ਦੇਖੀਏ, ਐਂਡ ਇਹ ਫਲੋਟਿੰਗ ਸੈਂਟਰ ਸਟੈਕ ਹੈ, ਇੱਦਾਂ ਲੱਗਦਾ ਯਾਟ ਆ। ਐਂਡ ਜਿਹੜੀ ਥੱਲੇ ਐਡੀਸ਼ਨਲ ਸਟੋਰੇਜ ਆ ਤੁਹਾਡੀ, ਥੱਲੇ ਫੋਨ ਰੱਖ ਸਕਦੇ ਹੋ, ਹੋਰ ਸਮਾਨ ਜੋ ਵੀ ਤੁਸੀਂ ਰੱਖਣਾ ਉਹ ਰੱਖ ਸਕਦੇ ਹੋ। ਜੇ ਆਪਾਂ ਅਟੈਂਸ਼ਨ ਟੂ ਡੀਟੇਲ ਦੀ ਗੱਲ ਕਰੀਏ, ਐਂਡ ਜਿਹੜੀਆਂ ਇਹਦੀਆਂ ਸਾਈਡਸ ਆ ਉਹ ਵੀ ਲੈਦਰ ਸਟਿਚਡ ਆ, ਰੀਅਲ ਲੈਦਰ ਆ। ਐਂਡ ਜੇ ਆਪਾਂ ਆਰਮਰੈਸਟ ਦੇਖੀਏ, ਆਰਮਰੈਸਟ ਵੀ ਦੋਵੇਂ ਸਾਈਡ ਦਾ ਅਲੱਗ-ਅਲੱਗ ਆ ਕਿ ਦੋਵੇਂ ਜਾਣੇ ਲੜਨ ਨਾ। ਨੇ ਤੁਹਾਡੇ AC ਵੈਂਟਸ ਨੇ, ਇੱਧਰ ਤੁਹਾਡੀ ਸਕਰੀਨ ਆ। ਆਪਾਂ ਜੇ ਇੱਧਰ ਦੇਖੀਏ, ਤੁਹਾਡੇ ਹੀਟਡ ਸੀਟਸ ਆ, ਕੂਲਡ ਸੀਟਸ ਆ। ਇੱਧਰ ਸਾਰੇ ਤੁਹਾਡੇ AC ਦੇ ਕੰਟਰੋਲਸ ਆ, ਵੋਲੀਅਮ ਨੌਬ ਆ, ਟਿਊਨਿੰਗ ਨੌਬ ਆ। ਜਿਹੜੇ ਬਟਨਸ ਆ ਵਾਕਈ ਕਲਾਸੀ ਲੱਗਦੇ ਆ ਤੁਹਾਨੂੰ। ਐਂਡ ਇਹ ਸਾਰੀ ਇੱਧਰ ਵੁਡਨ ਟ੍ਰਿਮ ਆ ਜਿਹੜੀ ਦੇਖਣ ਨੂੰ ਬਹੁਤ ਵਧੀਆ ਲੱਗਦੀ ਆ। ਆਪਾਂ ਜੇ ਇਹਨੂੰ ਖੋਲ੍ਹਣੀ ਹੋਏ, ਇੱਧਰ ਬਟਨ ਦੱਬੋ ਤੇ ਇੱਧਰ ਖੁੱਲ ਜਾਂਦਾ। ਇੱਧਰ ਤੁਹਾਡੇ ਥੱਲੇ ਇੱਕ USB ਆ ਤੇ ਇੱਕ USB-C ਆ। ਐਂਡ ਇੱਧਰ ਤੁਹਾਡਾ ਵਾਇਰਲੈਸ ਚਾਰਜਰ ਆ। ਆਪਾਂ ਜੇ ਇੱਧਰ ਵਾਲਾ ਕੰਪਾਰਟਮੈਂਟ ਖੋਲ ਕੇ ਦੇਖੀਏ, ਇੱਧਰ 2 ਕੱਪ ਹੋਲਡਰਸ ਆ ਐਂਡ ਆਪਣਾ ਫੋਨ ਰੱਖ ਸਕਦੇ ਹਾਂ। ਕਿ ਨੀਟ ਚੀਜ਼ ਆ ਆਪਣਾ ਫੋਨ ਰੱਖਣ ਲਈ ਨਾ। ਆਪਾਂ ਇੱਧਰ ਦੇਖੀਏ, ਤੁਹਾਡੀ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਆ। ਇੱਧਰ ਤੁਹਾਡੇ ਪਾਰਕਿੰਗ ਸੈਂਸਰਸ ਔਨ ਆਫ। ਇਹ ਡਰਾਈਵ ਮੋਡ ਸਿਲੈਕਟਰ ਆ। ਜੇ ਆਪਾਂ ਡਰਾਈਵ ਮੋਡ ਸਿਲੈਕਟ ਕਰਨ ਨੂੰ ਇੱਥੋਂ ਆਪਾਂ ਸਿਲੈਕਟ ਕਰ ਸਕਦੇ ਹਾਂ। ਹੁਣ ਇਹ ਪਲੈਨਟ 'ਤੇ ਬੇਸਡ ਆ, ਜਿਹੜੇ ਸਾਰੇ ਡਰਾਈਵ ਮੋਡਸ ਆ ਨਾ, ਇਹ ਨੋਰਮਲ 'ਚ ਆ। ਹੁਣ ਨੋਰਮਲ 'ਚ ਵੀ ਪਲੈਨਟ ਆ ਅਲੱਗ-ਅਲੱਗ। ਸੋ ਇਹ ਪਹਿਲੇ ਆ ਜਿਹੜੇ ਆਹ ਚੀਜ਼ ਕਰਨ ਵਾਲੇ। ਇਹ ਨੋਰਮਲ 4x4 ਆਟੋ ਆ, ਇਹ ਬਿਲਕੁਲ ਨੋਰਮਲ ਆ, ਕੰਜ਼ਰਵ ਆ। ਸੋ ਬੇਸਿਕਲੀ ਅਰਥ ਦਿਖਾ ਰਿਹਾ, ਘੱਟ ਪੋਲਿਊਟ ਕਰੋਗੇ ਤੁਸੀਂ। ਇੱਧਰ ਐਕਸਾਈਟ ਆ, ਬੇਸਿਕਲੀ ਸਪੋਰਟਸ ਮੋਡ। ਐਂਡ ਜਿਹੜੇ ਗ੍ਰਾਫਿਕ ਆ ਨਾ ਮੋਡ ਦੇ, ਦੇਖਣ ਨੂੰ ਬਹੁਤ ਵਧੀਆ ਲੱਗਦੇ ਐਂਡ ਇੰਟਰਸਟਿੰਗ ਆ। ਅਤੇ ਪਹਿਲੇ ਬੰਦੇ ਆ ਜਿਨ੍ਹਾਂ ਨੇ ਪਲੈਨਟਸ ਚੂਜ਼ ਕੀਤੇ ਆ ਮੋਡਸ ਲਈ। ਸੋ ਇੱਧਰ ਇਹ ਸਾਰੇ ਸਲਿਪਰੀ ਨੇ। ਸਲਿਪਰੀ ਮੋਡ ਹੈਗਾ, ਡੀਪ ਕੰਡੀਸ਼ਨਸ, ਫਿਰ ਸਲੋ ਕਲਾਈਂਬ ਆ। ਜੇ ਆਪਾਂ ਇਹਦੀ ਸਕਰੀਨ ਦੀ ਗੱਲ ਕਰੀਏ, ਈਜ਼ੀ ਟੂ ਯੂਜ਼ ਆ। ਐਪਲ ਕਾਰਪਲੇ ਹੈਗਾ, ਇਹਦੇ 'ਚ ਨੈਵੀਗੇਸ਼ਨ ਹੈਗਾ ਆ, ਸਾਰਾ ਕੁਝ A to Z ਜੋ ਆਪਾਂ ਨੂੰ ਬੇਸਿਕਲੀ ਜੋ ਆਪਾਂ ਨੂੰ ਐਵਰੀਡੇ ਲਾਈਫ ਚਾਹੀਦਾ ਹੁੰਦਾ ਆ। ਸਕਰੀਨ ਈਜ਼ੀ ਟੂ ਕੰਟਰੋਲ ਆ, ਕੋਈ ਔਖੀ ਨਹੀਂ ਆ। ਕਈ ਸਿਸਟਮ ਹੁੰਦੇ ਆ ਕੰਪਲੀਕੇਟਡ ਹੁੰਦੇ ਆ, ਜਿਹੜੀ ਸਕਰੀਨ ਆ ਲੈਗੀ ਨਹੀਂ ਆ, ਵਧੀਆ ਆ, ਈਜ਼ੀ ਟੂ ਕੰਟਰੋਲ ਆ। ਤੁਹਾਨੂੰ ਪਤਾ ਹੀ ਸਿੰਕ ਸਿਸਟਮ ਜਿਹੜਾ ਫੋਰਡ ਦਾ ਉਹ ਆ ਇਹਦੇ 'ਚ, ਜਿਹੜੀ ਕਿ ਓਬਵੀਅਸਲੀ ਵਧੀਆ ਆ। ਇੱਧਰ ਤੁਹਾਡੇ ਐਂਬੀਐਂਟ ਲਾਈਟਨਿੰਗ ਆ, 7 ਕਲਰ ਚੋਇਸਿਸ ਆ ਤੁਹਾਡੀ ਐਂਬੀਐਂਟ ਕਲਰ ਦੀਆਂ। ਤੁਸੀਂ ਇਹਨੂੰ ਡਿਮ ਕਰ ਸਕਦੇ, ਇੱਦਾਂ ਕਰਕੇ ਬ੍ਰਾਈਟ ਵੀ ਕਰ ਸਕਦੇ ਹੋ। ਆਪਾਂ ਜੇ ਆਰਮਰੈਸਟ ਦੇਖੀਏ, ਲੈਦਰ ਆ, ਇੰਨਾ ਸੌਫਟ ਆ। ਸੋ ਇੱਧਰ ਤੁਸੀਂ ਆਪਣੀ ਕੋਇਨਸ ਰੱਖ ਸਕਦੇ ਹੋ, ਥੋੜੀ ਸਟੋਰੇਜ ਆ। ਆਪਾਂ ਜੇ ਇਹਨੂੰ ਚੱਕ ਦਈਏ, ਬਾਹਰ ਕੱਢ ਦਈਏ, ਟ੍ਰੇ ਨੂੰ ਬਾਹਰ ਨਿਕਲ ਜਾਂਦੀ ਆ।
ਥੱਲੇ ਤੁਹਾਡੀ ਕਿੰਨੀ ਡੀਪ ਸਟੋਰੇਜ ਆ, ਤੁਹਾਡਾ 12 ਵੋਲਟ ਦਾ ਸੌਕਟ ਆ ਐਂਡ ਇੱਧਰ ਤੁਸੀਂ ਆਪਣੇ ਹੋਰ ਫਾਈਨਸ ਰੱਖ ਸਕਦੇ ਹੋ। ਜਿਹੜਾ ਤੁਹਾਡਾ ਗ੍ਰੈਬ ਹੈਂਡਲ ਆ ਉਹ ਵੀ ਲੈਦਰ ਆ ਐਂਡ ਇੱਧਰ ਕ੍ਰੋਮ ਲੱਗੀ ਆ। ਉੱਪਰ ਜੇ ਆਪਾਂ ਦੇਖੀਏ ਇਹ ਤੁਹਾਡਾ ਸਨਗਲਾਸ ਹੋਲਡਰ ਆ, ਇੱਧਰ ਤੁਹਾਡੀ ਮੂਨ ਰੂਫ ਦੇ ਕੰਟਰੋਲਸ ਆ, ਖੋਲ੍ਹਣੀ ਆ ਬੰਦ ਕਰਨੀ, ਇਹ ਤੁਹਾਡੇ ਸਨਸ਼ੇਡ ਦੇ ਕੰਟਰੋਲਸ ਨੇ ਐਂਡ ਆਪਾਂ ਸੀਟਸ ਵੀ ਇੱਥੋਂ ਫੋਲਡ ਕਰ ਸਕਦੇ ਹਾਂ ਜੇ ਆਪਾਂ ਕਰਨਾ ਚਾਹੀਏ। ਤੁਹਾਡੀ ਲਾਈਟਸ ਜਿਹੜੀਆਂ ਗ੍ਰੈਜੂਅਲੀ ਆਨ ਹੋ ਜਾਂਦੀਆਂ, ਗ੍ਰੈਜੂਅਲੀ ਆਫ ਹੋ ਜਾਂਦੀਆਂ। ਜੇ ਤੁਸੀਂ ਮੇਰੇ ਉੱਪਰ ਦੇਖੋ ਤੇ ਮੈਸਿਵ ਪੈਨੋਰਾਮਿਕ ਸਨਰੂਫ ਆ ਜਿੰਨਾ ਤੁਹਾਨੂੰ ਏਅਰੀ ਫੀਲ ਹੁੰਦਾ ਕੈਬਿਨ 'ਚ। ਗੱਲ ਕਰ ਰਹੇ ਸੀਗੇ ਸੀਟ ਦੇ ਕੰਟਰੋਲਸ ਦੀ, ਆਪਾਂ ਜਦੋਂ ਇਹਨੂੰ ਹਿੱਟ ਕਰਦੇ ਹਾਂ ਤੇ ਇੱਧਰ ਤੁਹਾਡੀ ਸੀਟ ਐਡਜਸਟਮੈਂਟ ਖੁੱਲ ਜਾਂਦੀ ਹੈ। 5 ਐਡੀਸ਼ਨਲ ਆਪਸ਼ਨਸ ਨੇ ਸੀਟ ਐਡਜਸਟ ਕਰਨ ਦੀਆਂ, ਜਿਹੜੇ ਤੁਹਾਡੇ ਥਾਈ ਸਪੋਰਟ ਆ, ਲੰਬਾਰ ਆ, ਤੁਸੀਂ ਇਹ ਐਡਜਸਟ ਕਰਨੀ ਹੋਏ, ਲੈਫਟ ਵਾਲਾ ਅਲੱਗ, ਰਾਈਟ ਵਾਲਾ ਅਲੱਗ। ਸੋ ਇੰਨੀਆਂ ਜ਼ਿਆਦੀਆਂ ਐਡਜਸਟਮੈਂਟਾਂ ਸੀਟ ਦੇ ਵਿੱਚ ਐਂਡ ਜਿਹੜਾ ਇੱਧਰ ਮਸਾਜ ਫੰਕਸ਼ਨ ਆ, ਆਪਾਂ ਦੋਵੇਂ ਸਾਈਡ ਜਿਹੜੀਆਂ ਮਸਾਜ ਸੀਟਸ ਨੇ। ਸੀਟਸ ਸੱਚੀ ਬਹੁਤ ਜ਼ਿਆਦਾ ਫੰਕਸ਼ਨ ਆ, ਬੰਦਾ ਕਨਫਿਊਜ਼ ਹੀ ਹੋ ਜਾਂਦਾ ਆ। ਜਿਹੜੀ ਵੁਡਨ ਟ੍ਰਿਮ ਆ ਇੱਥੋਂ ਸ਼ੁਰੂ ਹੋ ਜਾਂਦੀ ਆ ਤੇ ਸਕਰੀਨ ਤੋਂ ਜਾ ਕੇ ਕੱਟ ਜਾਂਦੀ ਆ ਐਂਡ ਜਿਹੜੀ ਉਧਰਲੀ ਸਾਈਡ ਆ ਉੱਥੇ ਜਾ ਕੇ ਫੇਰ ਕਨੈਕਟ ਹੋ ਜਾਂਦੀ ਆ। ਐਂਡ ਇਹ ਸਾਰੀ ਆਪਾਂ ਜੇ ਇੱਧਰ ਦੇਖੀਏ ਕ੍ਰੋਮ ਆ ਸਾਰਾ। ਇਹ ਗਲਵ ਬਾਕਸ ਹੈ ਇਹਦਾ, ਗਲਵ ਬਾਕਸ ਛੋਟਾ ਆ, ਵੈਲਵਟ ਲੱਗਾ ਗਲਵ ਬਾਕਸ ਦੇ ਅੰਦਰ। ਜਿਹੜੀ ਅਗਲੀ ਸੀਟ ਆ ਮੈਂ ਆਪਣੀ ਹਾਈਟ ਦੇ ਹਿਸਾਬ ਨਾਲ ਐਡਜਸਟ ਕਰਤੀ ਆ ਤੇ ਹੁਣ ਆਪਾਂ ਇਹਦੀਆਂ ਬੈਕ ਸੀਟ ਚੈੱਕ ਕਰਦੇ ਆ ਐਂਡ ਫਿਰ ਜਿਹੜੇ ਤੁਹਾਡੇ ਗ੍ਰੈਬ ਹੈਂਡਲਸ ਆ ਉਹ ਲੈਦਰ ਦੇ ਆ। ਆਪਾਂ ਜੇ ਬੈਕ ਡੋਰ ਦੇਖੀਏ ਜਿਹੜਾ ਲੈਦਰ ਆ ਪੂਰਾ ਇੱਧਰ ਤੱਕ ਐਕਸਟੈਂਡ ਹੁੰਦਾ ਆ। ਇੱਧਰ ਤੁਹਾਡੀ ਥੋੜੀ ਸਟੋਰੇਜ ਆ ਐਂਡ ਇਹ ਤੁਹਾਡੇ ਵਿੰਡੋ ਦੇ ਕੰਟਰੋਲਸ ਆ, ਇਹ ਤੁਹਾਡਾ ਸਪੀਕਰ ਗ੍ਰਿਲ ਆ ਐਂਡ ਇੱਥੋਂ ਖੁੱਲਦਾ ਆ ਕ੍ਰੋਮ ਲੀਵਰ ਤੋਂ। ਥੱਲੇ ਵੀ ਸਪੀਕਰ ਆ ਐਂਡ ਇੱਧਰ ਤੁਹਾਡੀ ਛੋਟੀ ਬੋਟਲ ਆ ਜੂਗੀ ਐਂਡ ਇੱਧਰ ਥੋੜੀ ਸਟੋਰੇਜ ਆ। ਜੇ ਆਪਾਂ ਸੀਟਸ ਦੀ ਗੱਲ ਕਰੀਏ ਸੇਮ ਬਰਾਊਨ ਲੈਦਰ ਐਂਡ ਬਲੈਕ, ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਐਂਡ ਬਹੁਤ ਕੰਫਰਟੇਬਲ ਨੇ ਸੀਟਸ। ਇੱਥੋਂ ਆਪਾਂ ਸੀਟ ਰਿਕਲਾਈਨ ਵੀ ਕਰ ਸਕਦੇ ਹਾਂ ਐਂਡ ਇੱਧਰ ਇੱਕ ਲੀਵਰ ਲੱਗਾ, ਉੱਥੋਂ ਅੱਗੇ ਪਿੱਛੇ ਵੀ ਕਰ ਸਕਦੇ ਹਾਂ। ਜੇ ਆਪਾਂ ਲੈਗ ਰੂਮ ਦੀ ਗੱਲ ਕਰੀਏ ਇੰਨਾ ਲੈਗ ਰੂਮ ਬਚ ਜਾਂਦਾ, ਆਪਾਂ ਪੈਰ ਆਪਣੇ ਥੋੜੇ ਐਕਸਟੈਂਡ ਵੀ ਕਰ ਸਕਦੇ ਇੱਦਾਂ। ਜੇ ਆਪਾਂ ਇੱਧਰ ਦੇਖੀਏ ਤੁਹਾਡੀ 에ਅਰਪਲੇਨ ਸਟਾਈਲ ਸਟੋਰੇਜ ਨੈਟ ਆ, ਇਹ ਲੈਦਰ ਆ, ਕ੍ਰੋਮ ਸਟ੍ਰਿਪ ਆ ਸੀਟ ਦੇ ਪਿੱਛੇ ਐਂਡ ਸੀਟ ਪਿੱਛੋਂ ਇੱਦਾਂ ਦੀ ਲੱਗਦੀ ਤੁਹਾਡੀ। ਇਹ ਤੁਹਾਡਾ ਆਰਮ ਰੈਸਟ ਆ, ਆਪਾਂ ਇੱਥੇ ਹੱਥ ਰੱਖ ਸਕਦੇ ਹਾਂ ਇੱਦਾਂ ਐਂਡ ਇਹ ਜਿਹੜਾ ਸਾਈਡਸ ਫੇਰ ਲੈਦਰ ਸਟਿਚ ਦਾ। ਜੇ ਆਪਾਂ ਆਰਮ ਰੈਸਟ ਖੋਲ੍ਹਣਾ ਹੈ ਇੱਦਾਂ ਖੋਲ੍ਹ ਕੇ ਆਪਾਂ ਥੱਲੇ ਦੇਖੀਏ ਤੁਹਾਡੀ ਐਡੀਸ਼ਨਲ ਸਟੋਰੇਜ ਆ, ਇੱਥੇ ਆਪਾਂ ਬਹੁਤ ਸਮਾਨ ਰੱਖ ਸਕਦੇ ਹਾਂ ਆਪਣਾ। ਐਂਡ ਇਹ ਵੀ ਜਿਹੜਾ ਕੰਪਾਰਟਮੈਂਟ ਆ ਫਲੋਟਿੰਗ ਆ, ਇੱਦਾਂ ਮੈਨੂੰ ਇੱਦਾਂ ਲੱਗਦਾ ਵੀ ਇਹ ਯਾਟ ਤੋਂ ਡਿਜ਼ਾਈਨ ਲਿਆ ਇਹਨਾਂ ਨੇ ਫਲੋਟਿੰਗ ਵਾਲਾ। ਐਂਡ ਆਪਾਂ ਜੇ ਇੱਧਰ ਥੱਲੇ ਦੇਖੀਏ ਇੱਧਰ ਤੁਹਾਡੀ ਐਡੀਸ਼ਨਲ ਸਟੋਰੇਜ ਹੋ ਰਿਹਾ, ਇੱਥੇ ਆਪਾਂ ਹੋਰ ਸਮਾਨ ਰੱਖ ਸਕਦੇ ਹਾਂ। ਜਿਹੜੇ ਬੈਕ ਪੈਸੇਂਜਰਸ ਆ ਉਹਨਾਂ ਦੀ ਆਪਣੀ ਸਕਰੀਨ ਆ, ਆਪਾਂ ਇੱਥੋਂ ਹੀ ਵੋਲਿਊਮ ਕੰਟਰੋਲ ਕਰ ਸਕਦੇ ਹਾਂ। ਗਾਣੇ ਚੱਲ ਰਹੇ ਨੇ, ਕਾਪੀਰਾਈਟ ਆ ਜਾਣਾ, ਤੇ ਇੱਥੋਂ ਆਪਾਂ ਸਕਰੀਨ ਨੂੰ ਬੰਦ ਵੀ ਕਰ ਸਕਦੇ ਹਾਂ। ਗਾਣਾ ਅਗਲਾ ਸੋਰਸ ਚੇਂਜ ਕਰ ਸਕਦੇ, ਜੇ ਪਾਪਾ ਸੁਣ ਰਹੇ ਆਪਣੇ ਬਲੂਟੂਥ ਤੋਂ ਜਾਣ ਕੇ ਚੇਂਜ ਕਰ ਸਕਦੇ ਹਾਂ, ਆਪਾਂ FM ਤੇ ਕਰ ਸਕਦੇ ਹਾਂ। ਇੱਧਰ ਦੋ ਕੱਪ ਹੋਲਡਰ ਨੇ। ਆਪਾਂ ਜੇ ਇੱਧਰ ਦੇਖੀਏ ਫੇਰ ਲੈਦਰ ਆ, ਇੱਧਰ ਤੁਹਾਡੀ ਫੈਨ ਸਪੀਡ ਆ, ਪਿਛਲੀਆਂ ਜਿਹੜੀਆਂ ਸੀਟਸ ਆ ਹੀਟਡ ਆ, ਇੱਕ ਆਪਣਾ ਕਲਾਈਮੇਟ ਕੰਟਰੋਲ ਆ ਤੁਹਾਡਾ। ਆਪਾਂ ਜੇ ਇੱਧਰ ਥੱਲੇ ਦੇਖੀਏ ਇੱਧਰ ਤੁਹਾਡਾ USB ਤੇ USB-C। ਇੱਧਰ ਵਾਲਾ ਆਪਾਂ ਜੇ ਇੱਧਰ ਵਾਲਾ ਦੇਖੀਏ ਤੁਹਾਡਾ 12 ਵੋਲਟ ਦਾ ਸੌਕਟ ਆ ਐਂਡ ਇੱਧਰ ਜੇ ਮੈਂ ਆਪਣੀ YouTube ਤੇ ਐਡੀਟਿੰਗ ਕਰਨੀ ਹੋਏ, ਮੈਂ ਐਡੀਟਰ ਲੱਭ ਰਿਹਾ, ਤੁਸੀਂ ਮੇਰੀ ਈਮੇਲ ਆ ਰਹੀ ਹੋਊਗੀ ਡਿਸਕ੍ਰਿਪਸ਼ਨ 'ਚ, ਤੁਸੀਂ ਮੈਨੂੰ ਈਮੇਲ ਕਰ ਸਕਦੇ ਜੇ ਤੁਸੀਂ ਐਡੀਟਰ ਹੋ। ਤੇ ਇੱਥੇ ਤੁਹਾਡਾ 115 ਵੋਲਟ ਦਾ ਹਾਊਸ ਹੋਲਡ ਚਾਰਜਰ ਆ ਜਾਊਗਾ। ਸੋ ਮੰਨ ਲਓ ਆਪਾਂ 2 ਕਾਫੀਆਂ ਲੈ ਲਈਆਂ, ਮੁੱਕ ਗਈਆਂ, ਇੱਥੇ ਪਈਆਂ ਨੇ, ਉਹ ਆਪਾਂ 2 ਹੋਰ ਲੈਣੀਆਂ ਨੇ। ਇੱਧਰ ਆਪਾਂ ਜੇ ਥੱਲੇ ਦੇਖੀਏ ਐਡੀਸ਼ਨਲ 2 ਕੱਪ ਹੋਲਡਰ ਹੋਰ ਨੇ, ਇੱਕ ਵਧੀਆ ਚੀਜ਼ ਆ, 4 ਕੱਪ ਹੋਲਡਰ ਹੋ ਗਏ ਪਿੱਛੇ। ਐਂਡ ਜੇ ਤੁਸੀਂ ਸਨਸ਼ੇਡ ਬੰਦ ਕਰਨੀ ਹੈ ਇੱਥੋਂ ਸਨਸ਼ੇਡ ਬੰਦ ਵੀ ਕਰ ਸਕਦੇ ਹੋ ਆਪਣੀ, ਤੇ ਇਹਨੂੰ ਦੱਬ ਕੇ ਵਾਪਸ ਖੋਲ ਵੀ ਸਕਦੇ ਹੋ। ਇੱਕ ਵਾਰੀ ਬੰਦ ਹੁੰਦੀ ਦੇਖ ਲਓ ਸਨਸ਼ੇਡ। ਸਨਸ਼ੇਡ ਬੰਦ ਕਰਕੇ ਨਾ ਮੈਨੂੰ ਹੋਰ ਇੱਦਾਂ ਲੱਗ ਰਿਹਾ ਮੈਂ ਘਰ ਹੀ ਬੈਠਾ ਹਾਂ ਆਪਣੇ, ਇੱਦਾਂ ਲੱਗ ਰਿਹਾ ਕੋਜ਼ੀ ਜਿਹੀ ਫੀਲਿੰਗ ਆ ਰਹੀ ਹੈ। ਮੈਨੂੰ ਇਹ ਟਰੱਕ ਸੱਚੀ ਬਹੁਤ ਵਧੀਆ ਲੱਗਦਾ ਹੈ, ਵਨ ਆਫ ਦ ਬੈਸਟ ਟਰੱਕਸ ਹੈ। ਜੇ ਮੈਂ ਬਾਏ ਕਰਨਾ ਹੋਏ ਰਾਈਟ ਨਾਓ ਮੈਂ ਇਹ ਟਰੱਕ ਬਾਏ ਕਰੂੰਗਾ। ਇੱਧਰ ਤੁਹਾਡੀ ਕੋਟ ਹੁੱਕ ਆ, ਤੁਹਾਨੂੰ ਪਤਾ ਹੈ ਬਿਜ਼ਨਸ ਕਰਨਾ ਆਪਾਂ, ਕੋਟ ਹੁੱਕ ਇੱਥੇ ਆਪਾਂ ਕੋਟ ਆਪਣਾ ਟੰਗ ਸਕਦੇ ਹਾਂ। ਤੁਹਾਡੀਆਂ ਰੀਡਿੰਗ ਲਾਈਟਸ ਆ, ਇਹ ਤੁਹਾਡੇ AC ਵੈਂਟਸ ਆ। ਜੇ ਆਪਾਂ ਸੀਟਸ ਦੀ ਰਿਕਲਾਈਨ ਦੀ ਗੱਲ ਕਰੀਏ, ਮੈਂ ਹੋਰ ਵੀ ਕਾਰਸ ਬੈਠਾ ਜਿਨ੍ਹਾਂ 'ਚ ਕੈਪਟਨ ਸੀਟਸ ਹੁੰਦੀਆਂ ਨੇ, ਇਹ 'ਚ ਕੈਪਟਨ ਸੀਟਸ ਨੇ ਐਂਡ ਰਿਕਲਾਈਨ ਉਹਨਾਂ 'ਚ ਕਈਆਂ 'ਚ ਤਾਂ ਹੁੰਦਾ ਹੀ ਨਹੀਂ ਆ, ਕਈਆਂ 'ਚ ਹੁੰਦਾ ਬਹੁਤ ਥੋੜ੍ਹਾ ਹੁੰਦਾ। ਇਹਦਾ ਇੱਕ ਵਾਰੀ ਰਿਕਲਾਈਨ ਚੈੱਕ ਕਰੋ ਤੁਸੀਂ।
ਸੋ ਮੈਂ ਆਰਾਮ ਨਾਲ ਬਿਜ਼ਨਸ ਟ੍ਰਿਪ ਤੇ ਜਾ ਰਿਹਾ, ਆਰਾਮ ਨਾਲ ਸੌਂ ਸਕਦੇ ਹਾਂ ਆਪਾਂ। ਜੇ ਆਪਾਂ ਬੈਕ ਸੀਟ 'ਚ ਐਂਟਰ ਕਰਨਾ ਹੋਏ, ਇੱਧਰ ਬਟਨ ਲੱਗਾ ਹੈ, ਸੀਟ ਅੱਗੇ ਆ ਜਾਂਦੀ ਆ। ਜੇ ਤੁਸੀਂ ਇਹ ਨਹੀਂ ਕਰਨਾ, ਇੱਧਰ ਤੁਹਾਡੀ ਮੈਨੂਅਲ ਰਿਲੀਜ਼ ਆ, ਇੱਥੋਂ ਤੱਕ ਆ ਜਾਂਦੀ ਆ ਸੀਟ, ਫਿਰ ਆਪਾਂ ਨੂੰ ਅੱਗੇ ਕਰਨੀ ਪੈਂਦੀ ਆ। ਈਜ਼ੀ ਆ ਪ੍ਰੋਸੈਸ ਹਾਰਡ ਨਹੀਂ ਆ। ਐਂਡ ਜੇ ਆਪਾਂ ਬੈਕ ਸੀਟ ਜਾਣਾ ਹੈ ਤਾਂ ਆਪਾਂ ਕਲਾਈਮ ਕਰ ਸਕਦੇ ਹਾਂ। ਸੋ 3 ਸੀਟਸ ਨੇ। ਹੁਣ ਮੈਂ ਸੈਂਟਰ ਸੀਟ 'ਚ ਬੈਠਾ, ਪਿੱਛੇ ਲੈਗ ਰੂਮ ਹੀ ਲੈਗ ਰੂਮ ਆ। ਹੁਣ ਜੇ ਮੈਂ ਲੈਫਟ ਸਾਈਡ ਤੇ ਚਲ ਜਾਵਾਂ, ਇੱਧਰ ਵੀ ਪੂਰਾ ਲੈਗ ਰੂਮ ਆ। ਸੌਰੀ ਬਾਬੇ, ਲਾਈਟ ਘੱਟ ਆ ਰਹੀ ਇੱਧਰ। ਜੇ ਕੋਈ ਲੰਬੀ ਜਰਨੀ ਕੱਟਣੀ ਹੋਏ, ਆਰਾਮ ਨਾਲ 2 ਜਣੇ ਅਡਲਟ ਬੰਦੇ ਜਿਹੜੇ ਆਰਾਮ ਨਾਲ ਪਿੱਛੇ ਬਹਿ ਸਕਦੇ ਆ। ਐਂਡ ਜੇ ਹੈਡਰੂਮ ਦੀ ਗੱਲ ਕਰੀਏ, ਇੰਨਾ ਹੈਡਰੂਮ ਹਲੇ ਵੀ ਬਚਿਆ ਆ। ਪਿੱਛੇ ਤੁਹਾਡੇ AC ਵੈਂਟਸ ਨੇ, ਇੱਧਰ ਤੁਹਾਡੀ ਰੀਡਿੰਗ ਲਾਈਟ ਹੈ, ਗ੍ਰੈਜੂਅਲੀ ਔਨ ਹੋ ਜਾਂਦੀ ਹੈ ਅਤੇ ਗ੍ਰੈਜੂਅਲੀ ਆਫ ਹੋ ਜਾਂਦੀ ਆ। ਆਪਾਂ ਇੱਧਰ ਦੇਖੀਏ, ਤੁਹਾਡੇ 2 ਕੱਪ ਹੋਲਡਰਸ ਨੇ, ਐਂਡ ਇੱਧਰ ਇੱਕ USB ਚਾਰਜਰ ਆ, ਐਂਡ ਇੱਧਰ ਤੁਹਾਡੀ ਐਡੀਸ਼ਨਲ ਸਟੋਰੇਜ ਆ, ਇੱਥੇ ਸਮਾਨ ਰੱਖਣਾ ਹੈ। ਐਂਡ ਆਪਾਂ ਜੇ ਦੂਸਰੀ ਸਾਈਡ ਦੇਖੀਏ, ਰਾਈਟ ਸਾਈਡ ਦੇਖੀਏ, ਰਾਈਟ ਸਾਈਡ 'ਤੇ ਇੱਕ USB ਵੀ ਹੈਗਾ, ਐਂਡ ਇੱਧਰ ਪਿੱਛੇ ਇੱਕ 12 ਵੋਲਟ ਦਾ ਸੌਕਟ ਵੀ ਹੈਗਾ। ਕਾਫੀ ਕੱਪ ਰੱਖ ਸਕਦੇ ਹਾਂ। ਐਂਡ ਇੱਕ ਐਡੀਸ਼ਨਲ ਚੀਜ਼ ਕੀ ਆ, ਸੀਟ ਆ ਜਿਹੜੀ ਪਿਛਲੀ ਵੀ ਰਿਕਲਾਈਨ ਹੋ ਜਾਂਦੀ ਆ। ਹੁਣ ਮੈਂ ਬੈਠਾ ਹਾਂ ਥੋੜ੍ਹਾ ਸਿੱਧਾ ਆ, ਵੀ ਥੋੜ੍ਹੀ ਸਟ੍ਰੇਟ ਆ ਸੀਟ, ਆਪਾਂ ਆਰਾਮ ਨਾਲ ਰਿਕਲਾਈਨ ਵੀ ਕਰ ਸਕਦੇ ਹਾਂ। ਜੇ ਆਪਾਂ ਪਿੱਛੇ ਕੰਪਾਰਟਮੈਂਟ ਦੇਖੀਏ, ਜਿਹੜੀ ਆ 360 ਆ, ਲੈਦਰ ਤੇ ਨਾਲ ਸਟਿਚਿੰਗ ਆ ਜਿਹੜੀ। ਐਂਡ ਇੱਦਾਂ ਦਾ ਤੁਹਾਨੂੰ ਆਪਣਾ ਕੈਬਨ ਦਿਖਦਾ ਹੈ ਕਾਰ ਦਾ, ਦੇਖਣ ਨੂੰ ਵਧੀਆ ਲੱਗਦਾ ਆ, ਵੁੱਡ ਤੇ ਲੈਦਰ ਦਾ ਮਿਕਸ ਆ। ਹੁਣ ਆਪਾਂ ਚੱਲਦੇ ਹਾਂ ਕਾਰ ਦੀ ਡਰਾਈਵ ਤੇ ਕਾਰ ਚਲਾ ਕੇ ਦੇਖਦੇ ਹਾਂ ਕਿੱਦਾਂ ਦੀ ਚੱਲਦੀ ਆ। ਲਿੰਕਨ ਦੀ ਨੈਵੀਗੇਟਰ 450 ਹਾਰਸ ਪਾਵਰ ਆ। ਓਕੇ ਜੀ ਬਾਬੇ ਗੈਂਗ, ਡਰਾਈਵਿੰਗ ਦ ਲਿੰਕਨ ਨੈਵੀਗੇਟਰ 450 ਹਾਰਸ ਪਾਵਰ ਆ। ਮੈਂ ਬਹੁਤ ਐਕਸਾਈਟਿਡ ਆ ਟਰੱਕ ਲਈ, ਕਿਉਂਕਿ ਐਡਾ ਵੱਡਾ ਟਰੱਕ ਆ ਐਂਡ 450 ਹਾਰਸ ਪਾਵਰ ਵੀ ਆ ਉੱਤੋਂ, ਤੇ ਕਿੱਦਾਂ ਰਿਸਪੌਂਸ ਕਰਦਾ। ਐਂਡ ਅੱਜ ਆਪਾਂ ਇਹਦੀ ਜਿਹੜੀ ਟੈਸਟਿੰਗ ਥੋੜ੍ਹੀ ਡਿਫਰੈਂਟ ਕਰਨੀ ਆ। ਟੈਸਟਿੰਗ ਆਪਾਂ ਇੱਕ ਪਹਿਲੇ ਹਾਈਵੇ ਕਰਾਂਗੇ, ਫਿਰ ਆਪਾਂ ਸਪੀਡ ਬੰਪਸ 'ਤੇ ਟੈਸਟ ਕਰਾਂਗੇ ਕਿੱਦਾਂ ਆ, ਐਂਡ ਫਿਰ ਆਪਾਂ ਟੈਸਟ ਕਰਾਂਗੇ ਕੰਟਰੀ ਸਾਈਡ ਲੈ ਕੇ ਜਾਵਾਂਗੇ, ਕਾਰਨਰਿੰਗ ਦੇਖਾਂਗੇ ਕਿੱਦਾਂ ਆ, ਐਕਸਲਰੇਸ਼ਨ। ਐਕਸਲਰੇਸ਼ਨ ਮੈਨੂੰ ਇਹਦੀ ਐਡਿਕੁਏਟ ਲੱਗਦੀ ਆ। ਇੱਕ ਹੁੰਦਾ ਜ਼ਿਆਦਾ ਪਾਵਰ ਹੋ ਜਾਂਦੀ ਆ ਟਰੱਕ 'ਚ, ਵੱਡਾ ਟਰੱਕ ਆ ਬੰਦਾ, ਫਿਰ ਇੱਕ ਤਰ੍ਹਾਂ ਦਾ ਜ਼ਿਆਦਾ ਹਾਰਸ ਪਾਵਰ ਟਰੱਕ। ਇਹ 'ਚ ਬਿਲਕੁਲ ਐਡਿਕੁਏਟ ਪਾਵਰ ਆ, ਜਿੰਨੀ ਆਪਾਂ ਨੂੰ ਚਾਹੀਦੀ ਆ ਉਹ ਤੋਂ ਵੱਧ ਆ। ਜੇ ਤੁਹਾਨੂੰ ਥੋੜ੍ਹਾ ਸਵਾਦ ਵੀ ਆਵੇ, ਇੱਦਾਂ ਨਹੀਂ ਆਪਾਂ ਰੇਸ ਦੱਬੀ ਆ ਉੱਥੇ ਹੀ ਰਹਿ ਜੇ। ਜਿਹੜੀ ਇਹਦੀ ਕੈਬਨ ਕੁਆਲਿਟੀ ਆ ਨਾ, ਸੋ ਜਿਹੜੇ ਇਹ ਪ੍ਰਾਈਸ ਪੁਆਇੰਟ 'ਤੇ ਟਰੱਕ ਆ, $1,00,000 ਦਾ ਹੈ, $1,05,000 ਦਾ ਸੇਲ 'ਤੇ ਲੱਗਾ ਆ। ਮੇਰੇ ਦਿਮਾਗ 'ਚ ਕੋਈ ਟਰੱਕ ਨਹੀਂ ਆਉਂਦਾ ਜਿਹੜੀ ਇਹਨੂੰ ਮੈਚ ਕਰਦਾ ਹੋਏ ਇਹ ਪ੍ਰਾਈਸ ਪੁਆਇੰਟ 'ਤੇ। ਜੋ ਕੁਛ ਇਹਦੇ 'ਚ ਆ, ਇਹਦੇ ਜਿਹੜੇ ਪ੍ਰੋਜ਼ ਆ ਉਹ ਬਹੁਤ ਜ਼ਿਆਦਾ ਆ ਬਾਕੀ ਟਰੱਕਸ ਨਾਲੋਂ, ਜੋ ਮੈਨੂੰ ਲੱਗਦਾ ਆ। ਐਂਡ ਇਹ ਬ੍ਰੈਂਡ ਨਿਊ ਟਰੱਕ ਆ, ਸਿਰਫ 20 ਕਿਲੋਮੀਟਰ ਚੱਲਿਆ। ਮੈਂ ਜੋ ਸ਼ੁਰੂ ਕੀਤਾ ਸੀ 13 ਕਿਲੋਮੀਟਰ ਚੱਲਿਆ ਸੀਗਾ ਕਿ ਬਾਬੇ ਗੈਂਗ ਹਾਈਵੇ ਆ ਗਿਆ। ਜਦੋਂ ਮੈਂ 70-80 ਦੀ ਸਪੀਡ 'ਤੇ ਜਾ ਰਿਹਾ ਸੀਗਾ, ਠੀਕ ਸੀਗਾ। ਜਦੋਂ 70+ ਹੋਣ ਲੱਗੀ, 70+, ਉਦੋਂ ਇੱਕਦਮ ਜਿਹੜਾ ਬੂਸਟ ਮਿਲਿਆ ਨਾ ਟਾਰਕ ਦਾ, ਉਹ ਇੱਕ ਡਿਫਰੈਂਟ ਹਿੱਟ ਕੀਤਾ। ਐਂਡ ਆਪਾਂ ਇਹਦੇ ਪੈਡਲ ਸ਼ਿਫਟਰਸ ਵੀ ਹੈਗੇ ਆ। ਜੇ ਮੈਂ ਇਹਦੇ ਟਰਾਂਸਮਿਸ਼ਨ ਦੀ ਨਹੀਂ ਗੱਲ ਕੀਤੀ, 10 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਆ। ਇਹ ਜਿਹੜਾ ਟਰਾਂਸਮਿਸ਼ਨ ਆ ਨਾ, ਇਹ ਫੋਰਡ ਦੀਆਂ ਗੱਡੀਆਂ 'ਚ ਵੀ ਆ। ਇਹ ਵਨ ਆਫ ਦ ਸਮੂਥੈਸਟ ਟਰਾਂਸਮਿਸ਼ਨ ਆ ਮਾਰਕੀਟ 'ਚ। ਹੁਣ ਮੈਂ ਹਾਈਵੇ 'ਤੇ ਜਾ ਰਿਹਾ, ਜਿਹੜੀ ਕੈਬਨ ਨੋਇਸ ਉਹ ਇੰਨੀ ਮਿਨੀਮਲ ਆ ਨਾ। ਐਂਡ ਜਦੋਂ ਮੈਂ ਹੁਣ ਬੈਠਾ, ਇਹਦੀ ਹਾਈਟ ਕਾਫੀ ਉੱਚੀ ਆ, ਕਾਫੀ ਵੱਡਾ ਟਰੱਕ ਆ। ਜਿਹੜੀਆਂ ਛੋਟੀਆਂ ਸਡਾਨਸ ਆ ਐਂਡ ਕਈ SUVs ਵੀ ਇੱਦਾਂ ਲੱਗਦਾ ਵੀ ਬਹੁਤ ਛੋਟੇ ਆ, ਤੁਸੀਂ ਬਹੁਤ ਉੱਪਰ ਰੋਡ 'ਤੇ ਚੱਲ ਰਹੇ ਹੋ। ਬ੍ਰੇਕਸ ਦੀ ਜੇ ਗੱਲ ਕਰੀਏ ਟਰੱਕ ਦੀ, ਇੰਨਾ ਵੱਡਾ ਟਰੱਕ ਆ, ਬ੍ਰੇਕਸ ਵੀ ਆਪਾਂ ਨੂੰ ਵਧੀਆ ਚਾਹੀਦੀਆਂ। ਜਿਹੜੀਆਂ ਬ੍ਰੇਕਸ ਨੇ ਵਧੀਆ ਨੇ, ਗੁੱਡ ਆ, ਬਹੁਤ ਘੈਂਟ ਨਹੀਂ ਪਰ ਵਧੀਆ ਆ, ਗੁੱਡ ਆ। ਹੁਣ ਆਪਾਂ ਥੋੜ੍ਹੀ ਹਾਰਡ ਕਾਰਨਰਿੰਗ ਕਰਾਂਗੇ। ਜਿਹੜਾ ਬਾਡੀ ਰੋਲ ਆ ਤੁਹਾਨੂੰ ਫੀਲ ਹੁੰਦਾ ਆ, ਕਿਉਂਕਿ ਇੰਨਾ ਵੱਡਾ ਟਰੱਕ ਆ, ਸੈਂਟਰ ਆਫ ਗ੍ਰੈਵਿਟੀ ਵਾਲਾ ਚੱਕਰ ਪੈ ਜਾਂਦਾ। ਇੱਕ ਵਾਰੀ ਫਿਰ ਆਪਾਂ ਹਾਰਡ ਕਾਰਨਰਿੰਗ ਕਰਕੇ ਦੇਖਦੇ ਹਾਂ। ਕਾਫੀ ਬਾਡੀ ਰੋਲ ਆ। ਆਪਾਂ ਜੇ ਸਟੀਅਰਿੰਗ ਫੀਲ ਦੀ ਗੱਲ ਕਰੀਏ,
ਫਿਰ ਮੈਂ ਗੱਲ ਕਹਿ ਰਿਹਾ ਦੁਬਾਰਾ, ਐਡਾ ਵੱਡਾ ਟਰੱਕ ਆ, ਤੁਹਾਨੂੰ ਇੰਨਾ ਲਾਈਟ ਸਟੀਅਰਿੰਗ ਵੀਲ ਆਣਾ ਇਹਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇੱਕ ਟਰੱਕਸ ਦੀ ਇਹ ਹੁੰਦੀ ਹੈ, ਕਈ ਵੱਡੇ ਟਰੱਕਸ ਹੁੰਦੇ ਇੱਧਰ ਜਿਹੜੀ ਇੱਕ ਆਰਮਰੈਸਟ ਦੇ ਉੱਪਰ ਜਿਹੜਾ ਹੁੰਦਾ ਨਾ ਸਪਾਟ, ਇਹ ਕਾਫੀ ਵੱਡਾ ਹੁੰਦਾ, ਆਪਣੀ ਬਾਂਹ ਰੱਖ ਕੇ ਆਪਾਂ ਆਰਾਮ ਨਾਲ ਇੱਕ ਹੱਥ ਨਾਲ ਰਾਈਟ ਹੈਂਡ ਨਾਲ ਨਾ ਟਰੱਕ ਚਲਾ ਸਕਦੇ ਹਾਂ ਇੱਦਾਂ ਕਰਕੇ। ਸੋ ਫਿਰ ਇੱਕ ਇਹ ਫਾਇਦਾ ਹੋ ਜਾਂਦਾ ਵੱਡੇ ਟਰੱਕਸ ਦਾ। ਆਪਣਾ ਇੱਕ ਜਿਹੜਾ ਇੱਕ ਥੋੜਾ ਐਕਸਟ੍ਰੀਮ ਟੈਸਟ, ਇੱਕ ਜਿਹੜਾ ਆਪਣਾ ਟੈਸਟ ਆ ਹਾਈਵੇ ਵਾਲਾ, ਆਪਾਂ ਥੋੜਾ ਲੌਂਗ ਚਲਾਵਾਂਗੇ, ਥੋੜੀ 90 ਦੀ ਸਪੀਡ ਲਿਮਿਟ ਤੇ, ਦੇਖਦੇ ਹਾਂ ਕੈਬਿਨ ਨੋਇਸ ਕਿੱਦਾਂ ਆ, ਕੀ ਫਰਕ ਪੈਂਦਾ ਆ, ਕੀ ਕਈ ਜਦੋਂ ਆਪਾਂ ਹਾਈਵੇ ਤੇ ਚਲਾਉਂਦੇ ਨਾ ਜ਼ਿਆਦਾ ਦੇਰ, ਫਿਰ ਆਪਾਂ ਨੂੰ ਕਈ ਕਮੀਆਂ ਵੀ ਪਤਾ ਲੱਗਦੀਆਂ ਟਰੱਕ ਦੀਆਂ। ਹੁਣ ਅੱਗੇ ਆ ਰਹੀ ਹੈ ਬਾਬੇ ਉਹ ਹਿੱਲ ਆ, ਜਿਹੜੀ ਵਨ ਆਫ ਦ ਐਕਸਟ੍ਰੀਮ ਇਨਕਲਾਈਨ ਹਿੱਲ ਆਏ ਮੇਰੇ ਸ਼ਹਿਰ ਦੀ, ਤੇ ਜਿੰਨੀਆਂ ਵੀ ਮੈਂ ਹਿੱਲ ਦੇਖੀਆਂ 26 ਡਿਗਰੀ ਇਨਕਲਾਈਨ ਗ੍ਰੇਡ ਆ ਹਿੱਲ ਦਾ, ਤੇ ਆਪਾਂ ਇੱਕ ਵਾਰੀ ਉਹ 'ਤੇ ਟੈਸਟ ਕਰਦੇ ਹਾਂ ਕਿੱਦਾਂ। ਨੋਰਮਲ 'ਚ ਪਾਇਆ, ਐਫਰਟਲੈਸ ਤੇ ਬੈਲੈਂਸਡ ਮੋਡ ਆ। ਹੁਣ ਆਪਾਂ ਹਿੱਲ ਚੜ ਰਹੇ ਹਾਂ। ਹੁਣ ਥੋੜਾ ਇਨਕਲਾਈਨ ਸ਼ੁਰੂ ਹੋ ਗਿਆ, ਥੋੜੀ ਜਿਹੀ ਪਾਵਰ ਲੱਗ ਰਹੀ ਹੈ ਟਰੱਕ ਦੀ, ਪਰ ਮੈਨੂੰ ਲੱਗਦਾ ਆਰਾਮ ਨਾਲ ਚੜ ਜੂਗਾ, ਕੋਈ ਚੱਕਰ ਨਹੀਂ। ਮੇਰੇ ਦਿਮਾਗ 'ਚ ਹਮੇਸ਼ਾ ਇਹ ਗੱਲ ਆਉਂਦੀ ਹੈ ਜਦੋਂ ਮੈਂ ਵਾਲੀ ਹਿੱਲ 'ਤੇ ਆਉਂਦਾ ਨਾ, ਜੇ ਆਪਣੇ ਕੋਲ ਜਿਹੜੀ ਇੰਡੀਆ 'ਚ ਆਉਂਦੀ ਹੈ ਟੋਇਟਾ ਦੀ ਕਹਿ ਰਿਹਾ, ਸੌਰੀ ਸ਼ਾਇਦ ਟਾਟਾ ਦੀ ਨੈਨੋ ਆਉਂਦੀ ਆ, ਉਹ ਚੜ੍ਹ ਸਕੂਗੀ ਕਿ ਨਹੀਂ ਮੈਨੂੰ ਨਹੀਂ ਲੱਗਦਾ ਚੜ੍ਹ ਸਕੂਗੀ। ਸੋ ਆਰਾਮ ਨਾਲ ਹੀ ਤੁਹਾਡਾ ਟਰੱਕ ਚੜ੍ਹ ਗਿਆ। ਐਂਡ ਕੰਨਾਂ 'ਚ ਤੁਹਾਨੂੰ ਇੰਨੀ ਇਨਕਲਾਈਨ ਆ, ਕੰਨਾਂ 'ਚ ਏਅਰ ਪ੍ਰੈਸ਼ਰ ਫੀਲ ਹੁੰਦਾ ਹੈ ਇਹ ਹਿੱਲ 'ਤੇ ਆ ਕੇ। ਇੱਕ ਜਿਹੜੀ ਹੈਡਸ ਅਪ ਡਿਸਪਲੇ ਕਈ ਲੋਕਾਂ ਨੂੰ ਨਾ ਡਿਸਟਰੈਕਟ ਕਰਦੀ ਹੈ, ਪ੍ਰੋਬਲਮ ਲੱਗਦੀ ਹੈ, ਇੱਦਾਂ ਲੱਗਦਾ ਕੋਈ ਚੀਜ਼ ਡਿਸਟਰਬ ਕਰ ਰਹੀ ਆ। ਆਪਾਂ ਜੇ ਆਫ ਕਰ ਸਕਦੇ ਹਾਂ ਜਦੋਂ ਮਰਜ਼ੀ ਇਨਫੋਟੇਨਮੈਂਟ 'ਚ ਆ ਕੇ, ਗੇਜ ਕਲਸਟਰ ਦੀ ਆਪਣੀ। ਓਕੇ ਬਾਬੇ ਉਹ ਮੇਨ ਹਾਈਵੇ 'ਤੇ ਆਪਣਾ ਟੈਸਟ ਹੋਣ ਲੱਗਾ ਸ਼ੁਰੂ। ਹੁਣ ਮੈਂ ਥੋੜੀ ਤੇਜ਼ ਚਲਾ ਰਿਹਾ ਸੀਗਾ, ਮੈਨੂੰ ਥੋੜੀ ਜਿਹੀ ਸਟੀਅਰਿੰਗ 'ਤੇ ਨਾ ਜਦੋਂ ਹਵਾ ਵੱਜਦੀ ਆ ਅੱਗਿਓਂ, ਉਹ ਥੋੜੀ ਸਟੀਅਰਿੰਗ 'ਤੇ ਫੀਲ ਹੁੰਦੀ ਆ। ਆਪਣਾ ਸਿਰਫ ਇੱਕ ਸਸਪੈਂਸ਼ਨ ਦਾ ਪ੍ਰੋਪਰ ਟੈਸਟ ਕਰਨਾ ਰਹਿ ਗਿਆ, ਜਿਹੜਾ ਕਿ ਆਪਾਂ ਸਪੀਡ ਬੰਪਸ ਦੇ ਉੱਤੇ ਜਾ ਕੇ ਦੇਖਾਂਗੇ ਕਿੱਦਾਂ ਫੀਲ ਹੁੰਦਾ ਸਸਪੈਂਸ਼ਨ। ਉੱਦਾਂ ਚਲਾ ਕੇ ਸਸਪੈਂਸ਼ਨ ਜਦੋਂ ਹਾਈਵੇ 'ਤੇ ਆਪਾਂ ਜਾਈਦਾ ਸਪੀਡ 'ਤੇ ਉੱਪਰ ਥੱਲੇ ਹੁੰਦਾ, ਉਦੋਂ ਵਧੀਆ ਸਸਪੈਂਸ਼ਨ ਆ, ਪਰ ਏਅਰ ਰਾਈਡ ਸਸਪੈਂਸ਼ਨ ਨਹੀਂ ਆ। ਸੋ ਇੱਕ ਥੋੜੀ ਏਅਰ ਰਾਈਡ ਹੋਣਾ ਚਾਹੀਦਾ ਸੀਗਾ, ਨਵੇਂ ਐਸਕੇਲੇਟ 'ਚ ਹੈਗਾ ਆ। ਓਵਰਆਲ ਜੇ ਟਰੱਕ ਨੂੰ 10 ਚੋਂ ਨੰਬਰ ਦੇਣੇ ਹੁਣ ਮੈਂ 8.5 ਦਊਂਗਾ। ਮੈਨੂੰ ਬਹੁਤ ਹੀ ਲੱਗਾ ਟਰੱਕ, ਫੀਲ ਹੁੰਦੇ ਆ ਸਪੀਡ ਬੰਪ। ਮੈਨੂੰ ਲੱਗਿਆ ਸੀਗਾ ਗਲਾਈਡ ਕਰੂਗੀ। ਇੱਕ ਹੋਰ ਆ ਗਿਆ ਅੱਗੇ, ਤੁਹਾਨੂੰ ਫੀਲ ਹੁੰਦੇ ਆ ਸਪੀਡ ਬੰਪਸ ਨਾ ਇਹਦੇ 'ਚ। ਲੱਗਿਆ ਹੈਗਾ ਵੀ it will be gliding, it will glide on the speed bumps, but it did. So ਇਹ ਸੀਗਾ ਜੀ ਅੱਜ ਦਾ ਕਾਰ ਰਿਵਿਊ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਕੇ ਤੇ ਸਬਸਕ੍ਰਾਈਬ ਕਰਕੇ ਤੇ ਸਾਰਾ ਕੁਝ ਲਟਰਮ ਪਟਰਮ ਲਾਈਕ ਡਿਸਟਰੋਏ ਕਰ ਦਿਓ, ਲਾਈਕ ਬਟਨ ਘਸਾ ਦਿਓ। ਐਂਡ 20% ਲੋਕੀ ਸਬਸਕ੍ਰਾਈਬਡ ਆ ਯਾਰ, ਮੈਨੂੰ ਹਰ ਵਾਰੀ ਕਹਿਣਾ ਪੈਂਦਾ ਯਾਰ ਵੀ ਤੁਸੀਂ ਬਾਬਿਓ ਗੈਂਗ ਬਣੋ, ਬਾਬਿਓ ਗੈਂਗ ਇੱਕ ਪਾਰਟ ਬਣੋ ਬਾਬਿਓ ਜਰਨੀ ਦਾ, ਠੀਕ ਆ ਜੀ। ਕਿਉਂਕਿ ਤੁਹਾਨੂੰ ਪਤਾ ਹੀ ਆ ਸਾਰਾ। ਹੁਣ ਮੈਂ ਦੁਬਾਰਾ ਇੱਕ ਗੱਲ ਨਹੀਂ ਕਹਿਣਾ ਚਾਹੁੰਦਾ, ਬਾਕੀ ਥੈਂਕ ਯੂ ਫॉर ਵਾਚਿੰਗ। ਅਗਲੇ ਵਲੌਗ 'ਚ ਕਾਰ ਰਿਵਿਊ 'ਚ ਮਿਲਾਂਗੇ। ਐਂਡ ਮੈਂ ਬਸ ਛੇਤੀ ਆਪਣਾ ਨਵਾਂ ਬ੍ਰੈਂਡ ਨਿਊ ਚੈਨਲ ਲਾਂਚ ਕਰ ਰਿਹਾ। ਇਹ ਪੰਜਾਬੀ ਆ, ਉਹ ਇੰਗਲਿਸ਼ ਹੋਊਗਾ। ਸੋ ਮੈਨੂੰ ਇੱਕ ਵੀ ਬਹੁਤ ਰਿਕੁਐਸਟ ਆਉਂਦੀ ਹੈ ਵੀ ਹਿੰਦੀ ਚੈਨਲ ਕਰੋ, ਵੀ ਹਿੰਦੀ ਦਾ ਪਤਾ ਨਹੀਂ ਹਿੰਦੀ ਦਾ ਕਿੱਦਾਂ, ਸ਼ਾਇਦ ਮੇ ਬੀ ਹਿੰਦੀ ਇੰਗਲਿਸ਼ ਮਿਕਸ ਜਾਂ ਇਕੱਲੀ ਇੰਗਲਿਸ਼। ਹਾਲੇ ਤੱਕ ਮੈਂ ਇਹ ਸੋਚਿਆ ਪੂਰੀ ਇੰਗਲਿਸ਼ ਚੈਨਲ ਮੈਂ ਬਣਾ ਲਿਆ ਆ, ਅਤੇ ਜਦੋਂ ਮੈਂ ਪਹਿਲੀ ਵੀਡੀਓ ਡਰੋਪ ਕਰੂੰਗਾ ਅਤੇ ਤੁਹਾਨੂੰ ਸਾਰਿਆਂ ਨੂੰ ਦੱਸ ਦੂੰਗਾ। ਅਤੇ ਮੈਨੂੰ ਨਾ ਮੈਂ ਸੋਚ ਰਿਹਾ ਬਹੁਤ ਨਾਮ ਆ, 3-4 ਨਾਮ ਆ ਜਿਹੜੇ ਮੈਂ ਸੋਚਿਆ ਰੱਖਣੇ ਆ। ਹਾਲੇ ਤਾਂ ਮੇਰੇ ਨਾਮ 'ਤੇ ਹੀ ਆ, ਅਤੇ ਮੈਂ ਚੈਨਲ ਦਾ ਨਾਮ ਚੇਂਜ ਕਰਨਾ ਅਲੱਗ ਨਾਮ। ਜੇ ਤੁਹਾਡੇ ਕੋਲ ਕੋਈ ਸੁਜੈਸ਼ਨ ਆ ਨਾ ਵਧੀਆ ਜਿਹੇ ਚੈਨਲ ਨੇਮ ਦੀ, ਅਤੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਤੁਹਾਨੂੰ ਪਰਸਨਲੀ ਸ਼ਾਊਟ ਆਊਟ ਦਊਂਗਾ ਆਪਣੇ ਇੰਸਟਾਗ੍ਰਾਮ 'ਤੇ। ਮੈਂ ਤਾਂ ਇੱਦਾਂ ਕਹਿੰਦਾ 2 ਲੱਖ ਫੋਲੋਅਰ ਹੁੰਦੇ ਆ, ਅਤੇ ਪਰ ਬਾਬੇ ਹੋ ਗੈਂਗ ਆ, ਫੋਲੋਅਰ ਨਹੀਂ, ਫੋਲੋਅਰ ਕੀ ਕਰਨੇ ਆਪਾਂ, ਆਪਣੇ ਕੋਲ ਬਾਬੇ ਹੋ ਗੈਂਗ ਆ।
ਭਾਵੇਂ 10 ਬਾਬਿਓ ਗੈਂਗ ਨਾ 2 ਲੱਖ ਦੇ ਬਰਾਬਰ ਆ। ਠੀਕ ਹੈ ਜੀ, ਤੇ ਨਵਾਂ ਚੈਨਲ ਲਾਂਚ ਕਰ ਰਿਹਾ ਮੈਂ, ਤੇ ਮੈਨੂੰ ਸੁਜੈਸ਼ਨ ਦਿਓ ਕੀ ਨਾਮ ਰੱਖਾਂ। ਆਲਰੇਡੀ ਲਾਂਚ ਨਾ ਮੈਂ ਨਾਮ ਰੱਖਿਆ ਆ, ਪਰ ਮੈਂ ਉਹਨੂੰ ਚੇਂਜ ਕਰ ਦੇਣਾ ਆ। ਮੈਨੂੰ ਨਾਮ ਸੁਜੈਸ਼ਨ ਜ਼ਰੂਰ ਦੱਸਿਓ। ਥੈਂਕ ਯੂ ਫॉर ਵਾਚਿੰਗ। Babu Gang is the strongest team on fucking YouTube. Thank you for watching.